ਸਾਬਕਾ ਵਜ਼ੀਰ ਦਾ ਨਾਂ ਲਿਆ ਜੋ ਕਿ ਤੁਹਾਡੇ ਨਾਲ ਸ਼ਾਇਦ ਤੁਹਾਡੇ ਸਿਆਸੀ ਵਿਰੋਧੀ ਵੀ ਨੇ ਉਹ ਜਾਤੀ ਤੌਰ ਦੇ ਉੱਤੇ ਉਹਨਾਂ ਦੀ ਜੋ ਪਿਛਲਾ ਮਹਿਕਮਾ ਵੀ ਸੀ ਤੁਹਾਡੇ ਉਹਨਾਂ ਦਾ ਇੱਕ ਬੇਪਰਦ ਕੀਤਾ ਸਕੈਂਡਲ ਸੀ ਮਾਈਨਿੰਗ ਦਾ ਉਹਨਾਂ ਨਾਲ ਜੁੜਿਆ ਹੋਇਆ ਰਾਣਾ ਗੁਰਜੀਤ ਦੀ ਗੱਲ ਉਹਦੇ 'ਚ ਇੱਕ ਤੁਸੀਂ ਨਾਲ ਕੜੀ ਜੋੜੀ ਹੈ ਇੱਕ ਬੰਦੇ ਦੀ ਫੋਟੋ ਦੇ ਕੇ ਇਹ ਕੀ ਹੈ ਅਸੀਂ ਕਿਉਂਕਿ ਅਸੀਂ ਕੋਸ਼ਿਸ਼ ਇਹ ਕਰੀਏ ਕਿ ਅਸੀਂ ਉਹ ਤੰਤਰ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਬੇਪਰਦ ਕਰੀਏ। ਜੇ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਇੰਡੀਪੈਂਡੈਂਟ ਜਾਂਚ ਕਰਾ ਲੈਣ ਤਾਂ ਸਾਰੇ ਗੁਨਾਹਗਾਰ ਫੜੇ ਜਾਣਗੇ। ਪਰ ਜਿੱਦਾਂ ਤੁਸੀਂ ਕਿਹਾ ਕਿ ਉਹ ਜਾਂਚ ਕਰਾਉਣਾ ਨਹੀਂ ਚਾਹੁੰਦੇ, ਉਹ ਉਹਨਾਂ ਦੇ ਵਜ਼ੀਰ ਉਸ ਨੂੰ ਟੋਨ ਡਾਊਨ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਸਾਰੇ ਬੰਦੇ ਫੜੇ ਜਾਣੇ। ਇਹ ਰਾਣਾ ਗੁਰਜੀਤ ਸਿੰਘ ਦੀ ਔਰ ਜਿਹੜਾ ਇਹਦੇ ਵਿੱਚ ਸਰਕਲ ਵਿੱਚ ਬੰਦਾ ਇਹ ਉਹੀ ਆ ਬਾਹੋਪੁਰ ਡਿਸਟਿਲਰੀ ਦੇ ਵਿੱਚ ਗੁਨਾਹਗਾਰ ਅਕਿਊਜ਼ਡ ਕੁਲਵਿੰਦਰ ਸਿੰਘ ਏਲੀਅਸ ਕਾਲਾ ਕੱਦੋਂ। ਕੀ ਲੱਗਦਾ ਹੈ ਕਿ ਇੰਨਾ ਪ੍ਰੈਸ਼ਰ ਮਾਊਂਟ ਹੋ ਚੁੱਕਾ ਹੈ ਇਸ ਸਰਕਾਰ ਦੇ ਉੱਤੇ ਕਿ ਪਿਛਲੀਆਂ ਇਲੈਕਸ਼ਨਾਂ ਦੇ ਸਪਾਂਸਰ ਜਿਹੜੇ ਨੇ ਉਹਨਾਂ ਨੂੰ ਕੰਟੀਨਿਊ ਕਰਨ ਵਾਸਤੇ ਅਗਲੀਆਂ 2022 ਦੀਆਂ ਇਲੈਕਸ਼ਨਾਂ ਤੱਕ ਉਹਨਾਂ ਨੂੰ ਖੁੱਲ੍ਹੀ ਛੁੱਟੀ ਦੇਤੀ ਕਿ ਲੋਕਾਂ ਨੂੰ ਮਾਰਨਾ ਹੈ ਮਾਰੋ। ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਉਹ ਇਸ ਗੱਲ ਲਈ ਆਪ ਜ਼ਿੰਮੇਵਾਰ ਨੇ। ਪਿਛਲੇ 3 ਸਾਲ 'ਚ ਮੈਨੂੰ ਨਹੀਂ ਲੱਗਦਾ ਕਦੀ ਇਹ ਕਿਤੇ 30 ਥਾਵਾਂ 'ਤੇ ਵੀ ਪੰਜਾਬ 'ਚ ਗਏ ਹੋਣਗੇ। ਜਦੋਂ ਲੋਕਡਾਊਨ ਕਰਫਿਊ ਖਤਮ ਹੋਇਆ ਪੰਜਾਬ ਦੇ ਠੇਕੇ ਖੁੱਲ੍ਹੇ ਤਾਂ ਇੱਕ ਵੀ ਲਾਈਨ ਨਹੀਂ ਲੱਗੀ। ਪੰਜਾਬ ਦੇ ਵਿੱਚ ਇਹਦਾ ਮਤਲਬ ਕਿ ਲੋਕਡਾਊਨ ਕਰਫਿਊ ਦੇ ਵਿੱਚ ਹੋਮ ਡਿਲੀਵਰੀ ਹੁੰਦੀ ਰਹੀ ਆ। ਅਕਾਲੀ ਦਲ ਦਾ ਮੈਂ ਕਹਿਣਾ ਚਾਹੁੰਦਾ, ਦੇਖੋ ਹੁਣ ਆਪੋਜੀਸ਼ਨ 'ਚ ਮਾਝੇ ਵਿੱਚ ਸ਼ਰਾਬ ਦਾ ਸਕੈਂਡਲ ਹੋਇਆ ਤੇ ਅਕਾਲੀ ਕੋ ਬੋਲਿਆ ਹੀ ਨਹੀਂਗਾ। ਅੰਤਰ ਖਾਤੇ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਆਪਸ ਵਿੱਚ। ਦਰਸ਼ਕੋ, ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬ ਅੱਜ ਕੱਲ੍ਹ ਦੂਹਰੇ ਕ੍ਰਾਈਸਿਸ 'ਚੋਂ ਲੰਘ ਰਿਹਾ। ਇੱਕ ਤਾਂ ਦੁਨੀਆ ਪੱਧਰ ਦੀ ਕਰੋਨਾ ਮਹਾਮਾਰੀ ਕਰਕੇ ਪੰਜਾਬ ਵੀ ਇਸ ਦੀ ਚਪੇਟ 'ਚ ਆਇਆ ਹੋਇਆ ਹੈ ਤੇ ਦੂਜਾ ਜੋ ਨਕਲੀ ਸ਼ਰਾਬ ਪੀਣ ਕਰਕੇ ਪੰਜਾਬ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅਫਸੋਸਨਾਕ ਗੱਲ ਇਹ ਹੈ ਕਿ ਸਰਕਾਰ ਦੇ ਪੱਧਰ ਦੇ ਉੱਤੇ ਉਸ ਤਰ੍ਹਾਂ ਦਾ ਰਿਐਕਸ਼ਨ ਜਾਂ ਉਸ ਤਰ੍ਹਾਂ ਦੀ ਕਾਰਵਾਈ ਜਾਂ ਐਕਸ਼ਨ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੀ ਇੱਕ ਸਵਿਫਟ ਐਕਸ਼ਨ ਦੀ ਸਰਕਾਰ ਤੋਂ ਉਮੀਦ ਕੀਤੀ ਜਾਂਦੀ ਸੀ। ਉਲਟਾ ਸਰਕਾਰ ਜਾਂ ਸਰਕਾਰ ਦੇ ਬੰਦੇ ਜਿਨ੍ਹਾਂ ਨੂੰ ਇਸ 'ਚ ਇਨਵੋਲਵ ਮੰਨਿਆ ਜਾ ਰਿਹਾ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇਸ ਨੂੰ ਇੱਕ ਛੋਟੀ ਜਿਹੀ ਘਟਨਾ ਕਰਾਰ ਦੇ ਕੇ ਇਸ ਦੇ ਉੱਤੇ ਮਿੱਟੀ ਪਾ ਦਿੱਤੀ ਜਾਏ। ਜਿਵੇਂ ਕਿ ਇਹ ਪਿੰਡਾਂ 'ਚ ਲਾਹਣ ਪੰਜਾਬ 'ਚ ਆਪਾਂ ਸਾਰੇ ਜਾਣਦੇ ਹਾਂ ਕਿ ਲਾਹਣ ਆਮ ਹੀ ਲੋਕੀ ਕੱਢਦੇ ਰਹੇ ਨੇ, ਮੁੱਢ ਕਦੀਮ ਤੋਂ ਕੱਢਦੇ ਰਹੇ ਨੇ ਕਿ ਇਹ ਲਾਹਣ ਪੀ ਕੇ ਜਾਂ ਘਰਾਂ 'ਚੋਂ ਕੱਢੀ ਸ਼ਰਾਬ ਸੀ। ਇਸ 'ਚ ਕਿਸੇ ਧਨਾੜ ਸ਼ਰਾਬ ਕਾਰੋਬਾਰੀ ਦਾ ਹੱਥ ਨਹੀਂ ਸੀ ਜਾਂ ਸਰਕਾਰ ਦੇ ਲਈ ਜੋ ਫੰਡਿੰਗ ਅਰੇਂਜ ਕਰਦੇ ਨੇ, ਇਲੈਕਸ਼ਨਾਂ ਲੜਦੇ ਨੇ, ਸਰਕਾਰ ਦੀਆਂ ਸਪਾਂਸਰ ਕਰਦੇ ਨੇ, ਉਹਨਾਂ ਦਾ ਸਰਕਾਰ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੈ। ਸਰਕਾਰ ਦੇ ਕਿਹੜੇ ਬੰਦੇ ਇਸ 'ਚ ਇਨਵੋਲਵ ਹੋ ਸਕਦੇ ਨੇ ਤੇ ਕਿਸ ਤਰ੍ਹਾਂ ਉਹਨਾਂ ਦੀ ਕੜੀ ਬਣਦੀ ਹੈ। ਡਿਸਟਿਲਰੀਆਂ ਜਿਹੜੀਆਂ ਕਿ ਸ਼ਰਾਬ ਦੀਆਂ ਅਧਿਕਾਰਤ ਭੱਠੀਆਂ ਆਪਾਂ ਕਹਿ ਲਓ, ਭੱਠੀਆਂ ਹਾਲਾਂਕਿ ਛੋਟਾ ਸ਼ਬਦ ਹੈ ਪਰ ਦੇਸੀ ਭਾਸ਼ਾ 'ਚ ਸਰਕਾਰੀ ਭੱਠੀਆਂ ਇਹਨੂੰ ਕਹਿ ਸਕਦੇ ਹਾਂ, ਮਾਨਤਾ ਪ੍ਰਾਪਤ ਭੱਠੀਆਂ, ਉਹਨਾਂ ਦਾ ਲਿੰਕ ਕਿਵੇਂ ਜੁੜਦਾ ਹੈ ਤੇ ਕਿਹੜੇ ਤਕੜੇ ਜਿਹੜੇ ਕਾਂਗਰਸੀ ਸਿਆਸਤਦਾਨ ਦਾ ਲਿੰਕ ਜੁੜਦਾ ਹੈ, ਇਸ ਬਾਰੇ ਖੁਲਾਸਾ ਕਰਨਗੇ ਸੁਖਪਾਲ ਸਿੰਘ ਖਹਿਰਾ ਜੋ ਕਿ ਨੇਤਾ ਵਿਰੋਧੀ ਧਿਰ ਰਹਿ ਚੁੱਕੇ ਨੇ ਤੇ ਧੜੱਲੇਦਾਰ ਨੇਤਾ ਨੇ ਪੰਜਾਬ ਦੇ। ਖਹਿਰਾ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਸ਼ੁਕਰੀਆ ਜੀ। ਪਹਿਲੀ ਗੱਲ ਤਾਂ ਤੁਸੀਂ ਇਸ ਚੀਜ਼ ਨੂੰ ਕਿੰਨੀ ਜਿਹੜਾ ਹੈਗਾ ਰਜਿਸਟਰ ਕਰਦੇ ਹੋ ਕਿ ਇਹ ਲਾਹਣ ਦਾ ਇੱਕ ਕੇਸ ਹੈ ਇਕੱਲਾ? ਨਹੀਂ, ਮੇਰਾ ਖਿਆਲ ਹੈ ਕਿ ਇਹ ਬਹੁਤ ਵੱਡਾ ਸਕੈਂਡਲ ਹੈ। ਅਗਰ ਆਪਾਂ ਕਿਸੇ ਪਿਛਲੇ ਕੁਝ ਦਹਾਕਿਆਂ ਤੋਂ ਦੇਖ ਲਈਏ ਤਾਂ ਐਡੇ ਵੱਡੇ ਪੱਧਰ 'ਤੇ ਮੌਤਾਂ ਹੋਣੀਆਂ, ਲਗਭਗ 125 ਦੇ ਕਰੀਬ ਮੌਤਾਂ ਹੋਈਆਂ ਨੇ। ਦਿਸ ਇਜ਼ ਲਾਈਕ ਅ ਹਿਊਮਨ ਹੋਲੋਕੌਸਟ, ਲਾਈਕ ਅ ਟ੍ਰੈਜਡੀ। ਔਰ ਜਿੱਦਾਂ ਤੁਸੀਂ ਕਿਹਾ ਕਿ ਸਰਕਾਰ ਇਸ ਨੂੰ ਬਿਲਿਟਲ ਕਰ ਰਹੀ ਹੈ, ਇਹਨੂੰ ਛੋਟਾ ਕਰਨ ਦੀ ਕਿ ਜੀ ਇਹ ਲਾਹਣ ਸੀ ਜੀ। ਇਹ ਦੇਖੋ ਗੱਲ ਇਹ ਆ ਕਿ ਇਹ ਅਗਰ ਲਾਹਣ ਵਗੈਰਾ ਨਾਲ ਮੌਤਾਂ ਹੁੰਦੀਆਂ ਤਾਂ ਫਿਰ ਉਹ ਸਮਝ ਆਉਂਦੀ ਕਿ ਇੱਕ ਪਿੰਡ ਵਿੱਚ ਜਾਂ 2 ਪਿੰਡਾਂ 'ਚ ਲੋਕੀ ਦੇਸੀ ਸ਼ਰਾਬ ਕੱਢਦੇ ਨੇ ਤੇ ਉਹਦੇ ਨਾਲ ਮੌਤਾਂ ਹੋ ਗਈਆਂ। ਇਹ ਤੁਸੀਂ ਦੇਖੋਗੇ ਪੂਰਾ ਪੈਟਰਨ ਹੈ ਇਹਦਾ ਬਹੁਤ ਵੱਡੇ ਪੱਧਰ 'ਤੇ ਸਾਰੇ ਮਾਝੇ ਦੇ 5 ਜ਼ਿਲ੍ਹਿਆਂ ਤੱਕ, ਗੁਰਦਾਸਪੁਰ, ਅੰਮ੍ਰਿਤਸਰ, ਬਟਾਲਾ, ਤਰਨਤਾਰਨ, ਔਰ ਮੈਂ ਉਹ ਸਾਰੇ ਪਿੰਡਾਂ 'ਚ ਜਾ ਕੇ ਵਿਜ਼ਿਟ ਕੀਤਾ ਵਾ। ਮੇਰਾ ਇਹ ਮੰਨਣਾ ਵਾ ਕਿ ਇਹਦੇ ਪਿੱਛੇ ਇੱਕ ਬਹੁਤ ਵੱਡਾ ਸੋਰਸ ਆ, ਅਸਲ ਮਾਫੀਆ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਔਰ ਉਹ ਮਾਫੀਆ ਜਿਹੜਾ ਵਾ ਉਹ ਬਹੁਤ ਲਾਰਜ ਸਕੇਲ 'ਤੇ ਓਪਰੇਟ ਕਰ ਰਿਹਾ। ਔਰ ਜਿੱਦਾਂ ਤੁਸੀਂ ਆਪ ਜ਼ਿਕਰ ਕਰਤਾ ਕਿ ਆਪਣੇ ਅਨਫੋਰਚੂਨੇਟਲੀ ਇਲੈਕਟੋਰਲ ਫੰਡਿੰਗ ਨੂੰ ਲੈ ਕੇ ਸਾਰੀਆਂ ਪਾਰਟੀਆਂ ਬੜੀਆਂ ਡਰਦੀਆਂ ਨੇ ਇਹਨਾਂ ਨੂੰ ਹੱਥ ਲਾਉਣ ਵਾਸਤੇ। ਪਹਿਲਾਂ ਰੇਤਾ ਬਜਰੀ 'ਚ ਬਹੁਤ ਵੱਡੇ ਪੱਧਰ 'ਤੇ ਮਾਫੀਆ ਉਜਾਗਰ ਹੋਇਆ। ਹੁਣ ਈਵਨ ਲੋਕਡਾਊਨ ਦੇ ਵਿੱਚ ਤੁਸੀਂ ਇੱਕ ਗੱਲ ਨੋਟ ਨਹੀਂ ਕੀਤੀ ਕਿ ਜਦੋਂ ਲੋਕਡਾਊਨ ਕਰਫਿਊ ਖਤਮ ਹੋਇਆ ਪੰਜਾਬ ਦੇ ਠੇਕੇ ਖੁੱਲ੍ਹੇ ਤਾਂ ਇੱਕ ਵੀ ਲਾਈਨ ਨਹੀਂ ਲੱਗੀ। ਦਿੱਲੀ ਵਿੱਚ, ਹਰਿਆਣੇ ਵਿੱਚ ਲੋਕਾਂ ਨੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਕਿਉਂਕਿ ਉਹਨਾਂ ਦੇ ਜਿਹੜੇ ਪੀਣ ਵਾਲੇ ਸੀਗੇ। ਪੰਜਾਬ ਦੇ ਵਿੱਚ ਇਹਦਾ ਮਤਲਬ ਕਿ ਲੋਕਡਾਊਨ ਕਰਫਿਊ ਦੇ ਵਿੱਚ ਹੋਮ ਡਿਲੀਵਰੀ ਹੁੰਦੀ ਰਹੀ ਆ। ਇੱਕ ਪੂਰਾ ਪੈਰਲਲ ਸ਼ਰਾਬ ਦਾ ਟ੍ਰੇਡ ਅਰਸੇ ਤੋਂ ਚੱਲ ਰਿਹਾ ਔਰ ਇਹ ਕੋਈ ਛੋਟਾ ਮੋਟਾ ਟ੍ਰੇਡ ਨਹੀਂ, ਇਹ ਹਜ਼ਾਰਾਂ ਕਰੋੜਾਂ ਰੁਪਏ ਦਾ ਟ੍ਰੇਡ ਆ। ਉਹਦਾ ਕਾਰਨ ਮੈਂ ਦੱਸ ਦਿੰਦਾ ਸਿੰਪਲ ਜਿਹਾ ਕਿ ਅੱਜ ਪੰਜਾਬ ਦੀ ਜਿਹੜੀ ਐਕਸਾਈਜ਼ ਆਮਦਨ ਹੈਗੀ ਆ ਇਹ 5-5.5 ਹਜ਼ਾਰ ਕਰੋੜ ਰੁਪਏ ਆ। ਔਰ ਇਸ ਪਿਛਲੇ 11 ਮਹੀਨਿਆਂ 'ਚ ਇਸ ਵਿੱਤੀ ਵਰ੍ਹੇ 'ਚ ਗੌਰਮੈਂਟ ਨੇ ਆਪ ਤਸਲੀਮ ਕੀਤਾ ਕਿ ਸਾਡਾ 1820 ਕਰੋੜ ਰੁਪਈਆ ਐਕਸਾਈਜ਼ ਦੀ ਆਮਦਨ ਇੱਕ ਸਾਲ 'ਚ ਘਟ ਗਈ ਆ।
ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਮੰਨ ਲਓ ਕਿ 1820 ਕਰੋੜ ਹੀ ਮੰਨ ਲਓ, ਵੈਸੇ ਤਾਂ ਕਈ ਗੁਣਾ ਜ਼ਿਆਦਾ, ਪਰ ਇਹ 1820 ਕਰੋੜ ਰੁਪਏ ਕਿਹਨਾਂ ਦੀ ਜੇਬ ਵਿੱਚ ਜਾ ਰਿਹਾ? ਇਸ ਖਜ਼ਾਨੇ 'ਚ ਤਾਂ ਜਾ ਨਹੀਂ ਰਿਹਾ, ਇਹ ਇਸ ਮਾਫੀਆ ਦੀ ਜੇਬ ਵਿੱਚ ਜਾ ਰਿਹਾ। ਹੁਣ ਆ ਗਈ ਗੱਲ ਕਿ ਇਹਦੇ ਤੇ ਐਕਸ਼ਨ ਕੀ ਆ। ਇਹ ਪਹਿਲੀ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਉਹ ਇਸ ਗੱਲ ਵਿੱਚ ਆਪ ਜ਼ਿੰਮੇਵਾਰ ਨੇ, ਬਿਕੋਜ਼ ਅਪਾਰਟ ਫਰੋਮ ਬੀਇੰਗ ਚੀਫ ਮਿਨਿਸਟਰ ਹੀ ਇਜ਼ ਆਲਸੋ ਦੀ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ, ਹੀ ਇਜ਼ ਆਲਸੋ ਦਾ ਹੋਮ ਮਿਨਿਸਟਰ। ਦੋ ਏਜੰਸੀਆਂ ਨੇ ਇਸ ਤਰ੍ਹਾਂ ਦੇ ਮਾਫੀਆ ਨੂੰ ਕੰਟਰੋਲ ਕਰਨਾ ਹੁੰਦਾ। ਇੱਕ ਹੁੰਦੀ ਆ ਐਕਸਾਈਜ਼ ਤੇ ਟੈਕਸੇਸ਼ਨ ਮਹਿਕਮਾ, ਜਿਨ੍ਹਾਂ ਨੇ ਦੇਖਣਾ ਕਿ ਕੋਈ ਸਾਡੇ ਡਿਸਟਿਲਰੀਆਂ ਵਾਲੇ ਜਾਂ ਕੋਈ ਹੋਰ ਪੈਰਲਲ ਸ਼ਰਾਬ ਨੰਬਰ 2 ਦੀ ਤਾਂ ਨਹੀਂ ਵੇਚ ਰਹੇ। ਦੂਜੀ ਇਨਫੋਰਸਮੈਂਟ ਏਜੰਸੀ ਹੈਗੀ ਪੁਲਿਸ। ਹੁਣ ਇਹਨਾਂ ਦੋਨਾਂ ਏਜੰਸੀਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਮਤਲਬ ਇੱਥੋਂ ਤੱਕ ਆ ਗਿਆ ਕਿ ਗੈਰ ਕਾਨੂੰਨੀ ਡਿਸਟਿਲਰੀਆਂ ਚੱਲ ਰਹੀਆਂ ਸ਼ਰੇਆਮ, ਔਰ ਕੈਪਟਨ ਸਾਹਿਬ ਦੇ ਜ਼ਿਲ੍ਹੇ ਵਿੱਚ ਉਜਾਗਰ ਹੋਈਆਂ। ਆ ਜਿਹੜੀ ਰਾਜਪੁਰੇ ਦੀ ਜਿਹੜੀ ਡਿਸਟਿਲਰੀ ਸੀ ਬਾਹੂਪੁਰ ਵਾਲੀ, ਉਹਦਾ ਐਡਾ ਵੱਡਾ ਖੁਲਾਸਾ, ਬਟ ਨੋ ਐਕਸ਼ਨ। ਐਵੇਂ ਕਿਸੇ ਪੈਟੀ ਛੋਟੇ ਮੋਟੇ ਸਰਪੰਚਾਂ ਤੇ 1 2 4 10 ਬੰਦਿਆਂ ਦੇ ਪਰਚਾ ਦਰਜ ਕਰਤਾ। ਔਰ ਮੈਂ ਇੱਥੇ ਇਹ ਵੀ ਗੱਲ ਕਹਿ ਸਕਦਾ ਦਾਅਵੇ ਨਾਲ ਕਿ ਦੇਖੋ ਹੁਣ ਪਿੱਛੇ ਜੇ ਯੂਆਪਾ ਚੱਲ ਰਿਹਾ ਸੀ ਕਾਨੂੰਨ, ਕਿੰਨੀ ਖੁਫੀਆ ਸੋਰਸਿਸ ਤੋਂ ਰਿਪੋਰਟਾਂ ਲੈ ਕੇ ਵਿਦੇਸ਼ਾਂ 'ਚ ਬੈਠੇ ਮੋਡਿਊਲਸ ਨੂੰ ਟੈਕਲ ਕਰਕੇ ਸਰਕਾਰ ਕਹਿੰਦੀ ਸਾਡੇ ਕੋਲ ਤਾਂ ਇੰਟੈਲੀਜੈਂਸ ਹੀ ਬਹੁਤ ਜ਼ਿਆਦਾ ਵਾ, ਅਸੀਂ ਤਾਂ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਰੋਕ ਲੈਂਦੇ ਹਾਂ। ਪਰ ਸ਼ਰਾਬ ਤਾਂ ਅੱਡੇ ਲੱਗ ਕੇ ਵਿਕ ਰਹੀ ਆ। ਜਿਹੜੇ ਪੰਡੂਰੀ ਗੋਲਾ ਪਿੰਡ 'ਚ ਮੈਂ ਗਿਆ ਸੀ ਨਾ, ਜਿੱਥੇ 14 ਬੰਦੇ ਮਰੇ ਨੇ, ਜਾਂ ਮੈਂ ਉੱਥੇ ਗਿਆ ਸੀ ਮੁੱਛਲ 'ਚ, ਉਹ ਪਿੰਡ ਵਾਲੇ ਕਹਿੰਦੇ ਨੇ ਜੀ ਕਿ ਸਾਡੇ ਪਿੰਡ ਦੇ ਚਾਰੋਂ ਪਾਸੇ ਬਕਾਇਦਾ ਜਿੱਦਾਂ ਆਪਾਂ ਕੋਈ ਅੱਡਾ ਲਾਈਦਾ, ਉੱਥੇ ਲੋਕਾਂ ਨੂੰ ਸ਼ਰਾਬ ਗਲਾਸਾਂ ਵਿੱਚ, ਕੋਈ ਬਹੁਤ ਸਸਤੀ ਮਾੜੀ ਸ਼ਰਾਬ ਆਫ ਕੋਰਸ ਕੋਈ 10 ਰੁਪਏ ਦਾ ਗਲਾਸ ਵੇਚਦੇ ਆ। ਜੇ ਕਿਸੇ ਨੇ ਉੱਥੇ ਨਹੀਂ ਪੀਣੀ ਤਾਂ ਫਿਰ ਉਹਨੂੰ ਪਲਾਸਟਿਕ ਦੇ ਪਾਊਚ ਵਿੱਚ ਪਾ ਕੇ ਉਹਨੂੰ ਆਪਣੇ ਘਰ ਵਿੱਚ। ਜੇ ਇਹ ਸਾਰਾ ਕੁਝ ਪਿੰਡ ਵਾਲੇ ਗਵਾਹੀ ਦੇ ਰਹੇ ਨੇ, ਮੀਡੀਆ ਦਿਖਾ ਰਿਹਾ 125 ਬੰਦਾ ਮਰ ਗਿਆ, ਤੇ ਪੁਲਿਸ ਨੂੰ ਕੁਝ ਨਹੀਂ ਪਤਾ, ਕੈਪਟਨ ਸਾਹਿਬ ਦੇ ਐਕਸਾਈਜ਼ ਡਿਪਾਰਟਮੈਂਟ ਕੁਝ ਨਹੀਂ। ਤੁਸੀਂ ਕੁਝ ਟਵੀਟ ਕੀਤੇ ਨੇ ਅੱਜ, ਜਿਨ੍ਹਾਂ 'ਚ ਤੁਸੀਂ ਸ਼ਰੇਆਮ ਇੱਕ ਸਾਬਕਾ ਵਜ਼ੀਰ ਦਾ ਨਾਂ ਲਿਆ, ਜੋ ਕਿ ਤੁਹਾਡੇ ਨਾਲ ਸ਼ਾਇਦ ਤੁਹਾਡੇ ਸਿਆਸੀ ਵਿਰੋਧੀ ਵੀ ਨੇ ਉਹ ਜਾਤੀ ਤੌਰ ਦੇ ਉੱਤੇ। ਉਹਨਾਂ ਦੀ ਜੋ ਪਿਛਲਾ ਮਹਿਕਮਾ ਵੀ ਸੀ ਤੁਹਾਡੇ, ਉਹਨਾਂ ਦਾ ਇੱਕ ਬੇਪਰਦ ਕੀਤਾ ਸਕੈਂਡਲ ਸੀ ਮਾਈਨਿੰਗ ਦਾ, ਉਹਨਾਂ ਨਾਲ ਜੁੜਿਆ ਹੋਇਆ ਰਾਣਾ ਗੁਰਜੀਤ ਦੀ ਗੱਲ, ਉਹਦੇ 'ਚ ਇੱਕ ਤੁਸੀਂ ਨਾਲ ਕੜੀ ਜੋੜੀ ਹੈ ਇੱਕ ਬੰਦੇ ਦੀ ਫੋਟੋ ਦੇ ਕੇ। ਇਹ ਕੀ ਹੈ? ਅਸੀਂ ਕਿਉਂਕਿ ਅਸੀਂ ਕੋਸ਼ਿਸ਼ ਇਹ ਕਰੀਏ ਕਿ ਅਸੀਂ ਉਹ ਤੰਤਰ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਬੇਪਰਦ ਕਰੀਏ। ਅਸੂਲਨ ਤਾਂ ਜੇ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਇੰਡੀਪੈਂਡੈਂਟ ਜਾਂਚ ਕਰਾ ਲੈਣ ਤਾਂ ਸਾਰੇ ਗੁਨਾਹਗਾਰ ਫੜੇ ਜਾਣਗੇ। ਪਰ ਜਿੱਦਾਂ ਤੁਸੀਂ ਕਿਹਾ ਕਿ ਉਹ ਜਾਂਚ ਕਰਾਉਣਾ ਨਹੀਂ ਚਾਹੁੰਦੇ, ਉਹਨਾਂ ਦੇ ਵਜ਼ੀਰ ਉਸ ਨੂੰ ਟੋਨ ਡਾਊਨ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਸਾਰੇ ਬੰਦੇ ਫੜੇ ਜਾਣੇ। ਆਹ ਜਿਹੜੀ ਤਸਵੀਰ ਹੈ ਥੋੜ੍ਹੀ ਸਾਫ਼ ਨਹੀਂ ਗਈ, ਇਹ ਰਾਣਾ ਗੁਰਜੀਤ ਸਿੰਘ ਦੀ, ਔਰ ਜਿਹੜਾ ਇਹਦੇ ਵਿੱਚ ਸਰਕਲ ਵਿੱਚ ਬੰਦਾ, ਇਹ ਉਹੀ ਆ ਬਾਹੋਪੁਰ ਡਿਸਟਿਲਰੀ ਦੇ ਵਿੱਚ ਗੁਨਾਹਗਾਰ ਐਕਿਊਜ਼ਡ ਕੁਲਵਿੰਦਰ ਸਿੰਘ ਏਲੀਅਸ ਕਾਲਾ ਕੱਦੋਂ। ਠੀਕ ਹੈ, ਹੁਣ ਇਸ ਬੰਦੇ ਨੇ ਜਦੋਂ ਇਹ ਫੜਿਆ ਗਿਆ, ਉਹਦੇ 'ਚ ਪਤਾ ਲੱਗਿਆ ਸੀ ਉਸ ਵੇਲੇ ਕਿ ਜਿਹੜਾ ENA ਹੁੰਦਾ ਨਾ, ਐਕਸਟਰਾ ਨਿਊਟਰਲ ਐਲਕੋਹਲ, ਜਾਂ ਉਹ ਕੀ ਕਹਿੰਦੇ ਹੁੰਦੇ ਆ ਕੁਝ ਸਪਿਰਿਟ ਟਾਈਪ, ਜਾਂ ਜਿਹੜੀਆਂ ਇੰਡਸਟਰੀਅਲ ਐਲਕੋਹਲ ਆ, ਇਹ ਤੁਹਾਡੇ ਜਾਂ ਮੇਰੇ ਕੋਲ ਨਹੀਂ ਹੁੰਦੀਆਂ। ਇਹ ਜਿਹੜੀਆਂ ਡਿਸਟਿਲਰੀਆਂ ਦੇ ਮਾਲਕ ਨੇ, ਡਿਸਟਿਲਰੀਆਂ ਇਹ ਉੱਥੋਂ ਨਿਕਲਦੀ ਹੈ, ਕਿਉਂਕਿ ਉਹ ਇੱਕ ਮੇਨ ਇਨਗਰੀਡੀਅੰਟ ਹੈ ਸ਼ਰਾਬ ਬਣਾਉਣ ਵਾਸਤੇ। ਤਾਂ ਇਹ ਜਿਹੜੇ ਲੋਕ ਇਸ ਜਿਹੜਾ ਰਾਜਪੁਰੇ ਵਾਲੀ ਡਿਸਟਿਲਰੀ ਸੀ, ਇਹਦੇ 'ਚ ਉਹ ਬ੍ਰਾਂਡ ਵੀ ਰਾਣੇ ਗੁਰਜੀਤ ਦਾ ਯੂਜ਼ ਕਰ ਰਿਹਾ ਸੀ, ਫਰਸਟ ਚੋਇਸ ਇਹਦਾ ਕੋਈ ਬ੍ਰਾਂਡ ਹੈ ਉੱਥੇ ਸ਼ਰਾਬ ਦੇਸੀ ਵਾਲਾ ਦਾ। ਤੇ ਉਹਦੇ ਇਸ ਤੇ ਇਹ ਜਿਹੜਾ ਕਾਲਾ ਕੱਦੋਂ ਮਾਫੀਆ ਵਾ, ਇਹਨੇ ਆਪਣੇ ਫੇਸਬੁੱਕ ਦੇ ਉੱਤੇ ਰਾਣੇ ਗੁਰਜੀਤ ਦੀ ਪ੍ਰੋਫਾਈਲ ਪਿਕਚਰ ਲਾਈ ਹੋਈ ਆ। ਹੁਣ ਮੇਰਾ ਇਹ ਮੰਨਣਾ ਕਿ ਜਿਹੜਾ ਮਾਝੇ ਵਿੱਚ ਸਕੈਂਡਲ ਹੋਇਆ, ਉਹਦੇ 'ਚ 2 ਡਿਸਟਿਲਰੀਆਂ ਨੇ ਮਾਝੇ 'ਚ। ਇੱਕ ਤਾਂ ਰਾਣੇ ਗੁਰਜੀਤ ਦੀ ਆ ਲੋਕੇ ਪਿੰਡ ਵਿੱਚ ਤਰਨਤਾਰਨ 'ਚ, ਤੇ ਦੂਜੀ ਡਿਸਟਿਲਰੀ ਹੈਗੀ ਆ ਕੀੜੀ ਅਫਗਾਨਾ ਵਿੱਚ ਪੌਂਟੀ ਚੱਡੇ ਦੇ ਪਰਿਵਾਰ ਦੀ। ਹੁਣ ਸਿਰਫ ਇੰਨਾ ਇਨਵੈਸਟੀਗੇਟ ਕਰਨਾ ਵਾ ਕਿ ਜਿਹੜਾ ENA ਆ, ਜਾਂ ਜਿਹੜਾ ਕੀ ਕਹਿੰਦੇ ਹੁੰਦੇ ਆ ਸਪਿਰਿਟ ਆ, ਜਾਂ ਜਿਹੜੀ ਇੰਡਸਟਰੀਅਲ ਐਲਕੋਹਲ ਹੈ, ਕਿੱਥੋਂ ਨਿਕਲ ਕੇ ਆ ਰਹੀ ਹੈ। ਕਿਉਂਕਿ ਜੇ 125 ਬੰਦਾ ਮਰਿਆ ਤਾਂ ਇਹਦਾ ਮਤਲਬ ਹਜ਼ਾਰਾਂ ਲੋਕਾਂ ਨੇ ਸ਼ਰਾਬ ਪੀਤੀ ਆ, ਔਰ ਇਹਦੇ ਨਾਲ ਸਭ ਤੋਂ ਪਹਿਲਾਂ ਲਾਸ ਹੁੰਦਾ ਕਿ ਤੁਹਾਡੀ ਨਿਗਾਹ ਜਾਂਦੀ ਹੈ। ਬਹੁਤ ਸਾਰੇ ਲੋਕ ਸਿਵਲ ਹਸਪੀਟਲ ਤਰਨਤਾਰਨ 'ਚ ਪਏ ਨੇ, ਉਹ ਅੰਨੇ ਹੋ ਗਏ ਨੇ। ਸੋ ਇਹ ਬਹੁਤ ਵਾਈਡ ਸਪਰੈਡ ਕਿਤੇ ਵੰਡਿਆ ਗਿਆ ਸਾਰਾ ਸਮਾਨ। ਇਹ ਕਿਸੇ ਛੋਟੇ ਮੋਟੇ ਪੈਟੀ ਸਮਗਲਰ ਦਾ ਕੰਮ ਨਹੀਂਗਾ। ਹੁਣ ਇਹ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਨੂੰ, ਕਿਉਂਕਿ 2 ਕੰਮ ਹੋ ਰਹੇ ਨਾ, ਇੱਕ ਤਾਂ ਬੰਦੇ ਮਰ ਗਏ, ਇੱਕ ਸਰਕਾਰ ਦੀ ਲੁੱਟ ਹੋ ਰਹੀ ਆ। ਇਹ ਮੇਰਾ ਇਹ ਮੰਨਣਾ ਕਿ ਜੇ ਇਕੱਲੀ ਸ਼ਰਾਬ ਆ ਨਾ, ਜਿਹੜੀ ਐਲਕੋਹਲ ਦਾ ਹੈਗਾ ਐਕਸਾਈਜ਼ ਦਾ ਡਿਪਾਰਟਮੈਂਟ, ਜੇ ਇਮਾਨਦਾਰੀ ਦੇ ਨਾਲ ਇਸ ਨੂੰ ਚਲਾਉਣ ਔਰ ਨਿਗਰਾਨੀ ਰੱਖਣ ਤੇ ਪੈਰਲਲ ਸ਼ਰਾਬ ਨਾ ਚੱਲਣ ਦੇਣ, ਇਹ 5,500 ਕਰੋੜ ਦਾ ਵਪਾਰ ਨਹੀਂਗਾ, ਇਹ ਘੱਟੋ ਘੱਟ 20,000 ਕਰੋੜ ਦਾ ਵਪਾਰ ਆ। ਕਿ ਨਾਲੇ ਆਪਾਂ ਕਹਿੰਦੇ ਕਿ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਐਲਕੋਹਲ ਕੰਜ਼ਿਊਮ ਕਰਦੇ ਆ, ਫਿਰ ਸਾਡੇ ਨਾਲ ਹਰਿਆਣੇ ਦੀ ਆਮਦਨ ਕਿੱਦਾਂ ਜ਼ਿਆਦਾ ਹੋ ਗਈ, ਫਿਰ ਸਾਡੇ ਨਾਲੋਂ ਜ਼ਿਆਦਾ ਕੇਰਲਾ ਦੀ ਆਮਦਨ ਕਿੱਦਾਂ, ਲਗਭਗ ਸੇਮ ਸਾਈਜ਼ ਸਟੇਟਸ ਆ। ਦੇਅਰਫੋਰ ਇਹ ਬਹੁਤ ਵੱਡਾ ਸਕੈਂਡਲ ਆ, ਔਰ ਕੈਪਟਨ ਅਮਰਿੰਦਰ ਸਿੰਘ ਇਹਦੇ ਲਈ ਆਪ ਜ਼ਿੰਮੇਵਾਰ ਬਣਦੇ ਜਾ ਰਹੇ ਨੇ। ਇਨਫੈਕਟ
ਜੇ ਕਿਤੇ ਕਿਸੇ ਵਿਕਸਿਤ ਦੇਸ਼ ਵਿੱਚ ਹੋਇਆ ਹੁੰਦਾ ਨਾ ਇਹ ਸਕੈਂਡਲ, ਹੁਣ ਉੱਥੋਂ ਦੇ ਪ੍ਰਧਾਨ ਮੰਤਰੀ ਦੀ ਜਾਂ ਉੱਥੋਂ ਦੇ ਮੁੱਖ ਮੰਤਰੀ ਨੇ ਆਪ ਹੀ ਅਸਤੀਫਾ ਦੇ ਦੇਣਾ ਸੀਗਾ। ਤੁਸੀਂ ਖੁਦ ਵੀ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਹੀ ਡਿਸਮਿਸ ਕਰ ਲੈਣ ਜਾਂ ਸਸਪੈਂਡ ਕਰ ਲੈਣ। ਤੁਸੀਂ ਜੋ ਗੱਲਾਂ ਕਹੀਆਂ ਨੇ ਉਹਦੇ ਇੱਕ ਬਦਲਵੇਂ ਸਵਾਲ ਇਹ ਉੱਠਦੇ ਨੇ ਕਿ ਇੱਕ ਤਾਂ ਮੁੱਖ ਮੰਤਰੀ ਸਾਹਿਬ ਨੇ ਮਹਿਕਮਾ ਆਪਣੇ ਕੋਲ ਰੱਖਿਆ ਹੋਇਆ ਹੈ, ਦੂਜਾ ਆਪਾਂ ਇਲੈਕਟੋਰਲ ਕਰਪਸ਼ਨ ਦੀ ਗੱਲ ਛੇੜੀ ਹੈ। ਇਲੈਕਟੋਰਲ ਕਰਪਸ਼ਨ ਜਿਹੜੀ ਹੈ, ਕੀ ਲੱਗਦਾ ਹੈ, ਦੇਖੋ ਤੁਹਾਡੇ ਕਹਿਣ 'ਤੇ ਸਰਕਾਰ ਨੇ ਨਾ ਤਾਂ ਅਸਤੀਫਾ ਦੇਣਾ ਦੂਰ ਦੀ ਗੱਲ ਹੈ, ਨਾ ਹੀ ਉਹਨਾਂ ਨੇ ਤੁਹਾਡੇ ਕਹਿਣ 'ਤੇ ਕੋਈ ਕੰਮ ਕਰਨਾ ਹੈ। ਜੇ ਕਰਨਾ ਹੁੰਦਾ ਤਾਂ ਤੁਸੀਂ ਵਿਦਿਨ ਪਾਰਟੀ ਰਹਿੰਦੇ ਆ ਹੀ ਉਹ ਕੰਮ ਜਿਹੜੇ ਹੈਗੇ ਨੇ ਕਰਵਾ ਸਕਦੇ ਸੀ ਸਰਕਾਰ ਤੋਂ, ਤਾਂ ਹੀ ਤੁਹਾਨੂੰ ਜਿਹੜਾ ਰਜੈਂਟਮੈਂਟ 'ਚ ਪਾਰਟੀ ਛੱਡਣੀ ਪਈ ਹੈ। ਕੀ ਲੱਗਦਾ ਹੈ ਕਿ ਇੰਨਾ ਪ੍ਰੈਸ਼ਰ ਮਾਊਂਟ ਹੋ ਚੁੱਕਾ ਹੈ ਇਸ ਸਰਕਾਰ ਦੇ ਉੱਤੇ ਕਿ ਪਿਛਲੀਆਂ ਇਲੈਕਸ਼ਨਾਂ ਦੇ ਸਪਾਂਸਰ ਜਿਹੜੇ ਨੇ ਉਹਨਾਂ ਨੂੰ ਕੰਟੀਨਿਊ ਕਰਨ ਵਾਸਤੇ ਅਗਲੀਆਂ 2022 ਦੀਆਂ ਇਲੈਕਸ਼ਨਾਂ ਤੱਕ ਉਹਨਾਂ ਨੂੰ ਖੁੱਲ੍ਹੀ ਛੁੱਟੀ ਦੇਤੀ ਕਿ ਲੋਕਾਂ ਨੂੰ ਮਾਰਨਾ ਹੈ, ਮਾਰੋ। ਇਹ ਇਹਨਾਂ ਦੇ ਕਮਾਊ ਪੁੱਤ ਨੇ ਨਾ, ਔਰ ਕਮਾਊ ਪੁੱਤ ਪੰਜਾਬ ਦੇ ਵਿੱਚ ਕੋਈ ਬਹੁਤੇ ਜ਼ਿਆਦਾ ਵਪਾਰ ਹੀ ਨਹੀਂ ਬਚੇ ਹੋਏ। ਇਹ ਜਾਂ ਤਾਂ ਸ਼ਰਾਬ ਦੇ ਵਪਾਰ 'ਚ ਬਹੁਤ ਵੱਡੇ ਪੱਧਰ 'ਤੇ ਆਮਦਨ ਹੈ ਹਜ਼ਾਰਾਂ ਕਰੋੜਾਂ 'ਚ, ਜਾਂ ਫਿਰ ਮਾਈਨਿੰਗ ਦੇ ਵਪਾਰ ਵਿੱਚ ਬਹੁਤ ਵੱਡੇ ਪੱਧਰ 'ਤੇ ਆਮਦਨ, ਬਾਕੀ ਤਾਂ ਹੋਰ ਕੁਝ ਨਹੀਂ ਗਾ। ਰੀਅਲ ਏਸਟੇਟ ਖਤਮ, ਫਲੋਪ ਹੈ ਪੰਜਾਬ ਦੇ ਵਿੱਚ, ਜ਼ਮੀਨਾਂ ਦੀਆਂ ਕੀਮਤਾਂ ਗਿਰ ਕੇ 50 ਲੱਖ ਤੋਂ 15 ਲੱਖ ਰੁਪਏ 'ਤੇ ਆ ਗਈਆਂ। ਉਹਦੇ 'ਚ ਕੋਈ ਪੈਸਾ ਨਹੀਂ ਨਜ਼ਰ ਆ ਰਿਹਾ ਪੋਲੀਟੀਸ਼ੀਅਨਸ ਨੂੰ। ਸਿਰਫ ਦੋ ਮਹਿਕਮੇ, ਇੱਕ ਸ਼ਰਾਬ ਦਾ ਮਾਫੀਆ ਜਿਹੜਾ ਗਵਰਨਮੈਂਟ ਨੂੰ ਫੰਡ ਕਰਦਾ ਜਾਂ ਪਾਰਟੀਆਂ ਨੂੰ ਫੰਡ ਕਰਦਾ, ਦੂਜਾ ਹੈਗਾ ਮਾਈਨਿੰਗ ਦਾ ਮਾਫੀਆ। ਇਹ ਦੋਨੋਂ ਵਪਾਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਬੜੇ ਸ਼ਰੇਆਮ ਚੱਲ ਰਹੇ ਨੇ ਪੰਜਾਬ ਦੇ ਵਿੱਚ। ਈਵਨ ਮਾਈਨਿੰਗ ਅਮਰਿੰਦਰ ਸਿੰਘ ਕਹਿ ਚੁੱਕੇ ਨੇ ਬੜੀ ਵਾਰੀ ਕਿ ਮੈਂ ਹੈਲੀਕਾਪਟਰ ਘੁਮਾ ਕੇ, ਉਹਨਾਂ ਨੇ ਕੁਝ ਮਾੜਾ ਮੋਟਾ ਕੋਈ ਐਵੇਂ ਐਕਸ਼ਨ ਜਿਹਾ ਵੀ ਲਿਆ, ਪਰ ਮਾਈਨਿੰਗ ਅੱਜ ਵੀ ਬਹੁਤ ਵੱਡੇ ਪੱਧਰ 'ਤੇ ਚੱਲ ਰਹੀ ਆ। ਮੇਰੇ ਕੋਲ ਲਗਾਤਾਰ ਕੌਨਸਟੈਂਟਲੀ ਸਾਰੇ ਪੰਜਾਬ 'ਚੋਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ, ਮੈਂ ਉਹ ਸ਼ੇਅਰ ਵੀ ਕਰਦਾ ਰਹਿੰਦਾ। ਔਰ ਇੱਦਾਂ ਹੀ ਸ਼ਰਾਬ ਜਿਹੜੀ ਆ, ਸ਼ਰਾਬ ਜਿਹੜਾ ਮੈਂ ਸਮਝਦਾ ਵਾਂ ਕਿ ਇਹਦੇ ਪਿੱਛੇ ਅਸਲ ਕਿੰਗ ਪਿਨ ਲੱਭਣ ਦੀ ਲੋੜ ਆ ਜੀ। ਕਿ ਹੁਣ ਰਾਣਾ ਗੁਰਜੀਤ ਜਿਹੜਾ ਮੈਂ ਜਾਂ ਲੈਟਸ ਸੇ 9 ਤਾਂ ਡਿਸਟਿਲਰੀਆਂ ਪੰਜਾਬ ਦੇ ਵਿੱਚ, 9 ਤੋਂ ਆਪਾਂ ਪਤਾ ਕਰਾਉਣਾ ਕਿ ਤੁਹਾਡੀ ਜਿਹੜਾ ENA ਹੈਗੀ ਆ, ਜਾਂ ਤੁਹਾਡਾ ਜਿਹੜਾ ਰॉ ਮਟੀਰੀਅਲ ਵਰਤਿਆ ਜਾਂਦਾ ਸ਼ਰਾਬ ਜਾਂ ਦੇਸੀ ਸ਼ਰਾਬ ਪੈਦਾ ਕਰਨ ਲਈ, ਇਹ ਤੁਹਾਡਾ ਸਟਾਕ ਚੈੱਕ ਕਰਾਓ ਸਾਨੂੰ ਚੰਗੀ ਤਰ੍ਹਾਂ ਨਾਲ। ਪਰ ਇਹ ਤਾਂ ਹੁਣ ਤਾਂ ਹੋ ਸਕਦਾ ਜੇ ਕੈਪਟਨ ਸਾਹਿਬ ਚਾਹੁਣ, ਕਿਉਂਕਿ ਇਹ 9 ਦੇ 9 ਵੱਡੇ ਜਿਹੜੇ ਨੇ ਇਹ ਪਾਵਰਫੁਲ ਲੋਕ ਨੇ, ਇਹ ਸਾਰੇ ਅਮੀਰ ਆਦਮੀ ਨੇ, ਇਲੈਕਟੋਰਲ ਫੰਡਿੰਗ ਕਰਦੇ ਨੇ। ਜਿੱਦਾਂ ਭਾਵੇਂ ਉਹ ਹੈ ਅਕਾਲੀ ਆ ਦੀਪ ਮਲਹੋਤਰਾ, ਪਰ ਉਹ ਇਹਨਾਂ ਦਾ ਵੀ ਦੋਸਤ ਆ। ਚੱਡਿਆਂ ਦਾ ਹੋ ਗਿਆ ਪਰਿਵਾਰ, ਮੇਰੇ ਖਿਆਲ ਇੱਕ ਡਿਸਟਿਲਰੀ ਸ਼ਾਇਦ ਓਸਵਾਲ ਫੈਮਿਲੀ ਦੀ ਆ, ਇੱਕ DP ਯਾਦਵ ਦੀ ਆ, ਉਹ UP ਵਾਲੇ ਦੀ। ਇਹ ਪੋਲੀਟੀਕਲ ਪਾਰਟੀਆਂ ਦਾ ਅਤੇ ਸਰਕਾਰਾਂ ਦਾ ਸੋਰਸ ਹੈ ਨੰਬਰ 2 ਦਾ ਪੈਸੇ ਦਾ। ਐਂਡ ਯੂ ਆਰ ਵੈਰੀ ਕਰੈਕਟ, ਤਾਈਓ ਕਮਾਊ ਪੁੱਤਾਂ ਨੂੰ ਇਹ ਰੋਕ ਨਹੀਂ ਪਾ ਰਹੇ। ਦੂਜਾ ਪਹਿਲੂ ਇੱਕ ਇਹ ਬਣਦਾ, ਜਿਵੇਂ ਚਿੱਟੇ ਦਾ ਮਾਮਲਾ ਆਇਆ ਸੀ ਪਿਛਲੀ ਸਰਕਾਰ ਵੇਲੇ, ਉਦੋਂ ਫਿਰ ਵੀ ਇਹੀ ਸੋਰਸ ਵਾਲੀ ਗੱਲ ਲੱਭੀ ਗਈ ਸੀ ਜਿਹੜੀ ਬੱਦੀ ਦੀ ਫੈਕਟਰੀ ਦੇ ਵਿੱਚ ਜਾ ਕੇ, ਚਾਲ ਦੀ ਫੈਕਟਰੀ 'ਚੋਂ ਨਿਕਲੀ ਸੀ ਕਿ ਇੱਕ ਨੰਬਰ 'ਚ ਇਹ ਜੋ ਬੇਸਿਕ ਚੀਜ਼ ਹੈ ਆਈਸ ਜਿਸ ਤੋਂ ਕ੍ਰੀਏਟ ਹੁੰਦੀ ਹੈ। ਅਤੇ ਇਸੇ ਤਰ੍ਹਾਂ ਇੱਥੇ ਜਿਹੜਾ ਐਕਸਟਰਾ ਨੈਚੁਰਲ ਨਿਊਟਰਲ ENA ਐਲਕੋਹਲ, ਉਹ ਜਿਹੜਾ ਬੇਸਿਕ ਹੈ ਜਿਸ ਤੋਂ ਸ਼ਰਾਬ ਬਣਦੀ ਹੈ, ਉਸ ਦੀ ਜਿਹੜੀ ਦੁਰਵਰਤੋਂ ਹੋਣ ਦਾ ਬੇਸਿਕਲੀ ਕੇਸ ਬਣਦਾ ਇਹ। ਪਰ ਦੇਖੋ ਤੁਹਾਡੇ ਨਾਲ ਜਦੋਂ ਵੀ ਅਸੀਂ ਇੰਟਰਵਿਊ ਕਰਦੇ ਹਾਂ, TV ਟਾਕ ਕਰਦੇ ਹਾਂ, ਤਾਂ ਤੁਹਾਡੇ ਤੋਂ ਇਹ ਘੱਟੋ ਘੱਟ ਉਮੀਦ ਲੈ ਕੇ ਚੱਲਦੇ ਹਾਂ ਕਿ ਤੁਸੀਂ ਡਿਪਲੋਮੈਟਿਕ ਨਹੀਂ ਹੁੰਦੇ ਜ਼ਿਆਦਾਤਰ। ਤੁਸੀਂ ਆਮ ਤੌਰ ਦੇ ਉੱਤੇ ਸਿੱਧੀ ਹੀ ਸੱਟ ਮਾਰਦੇ ਹੋ ਅਤੇ ਖੁਲਾਸਾ ਲੋਕਾਂ ਸਾਹਮਣੇ ਲੋਕਾਂ ਦੀ ਭਾਸ਼ਾ 'ਚ ਕਰ ਦਿੰਦੇ ਹੋ। 76 77 78 MLA ਨੇ, 2-3 ਤੁਸੀਂ ਨਾਮ ਲੈ ਤੇ ਅਕਾਲੀਆਂ ਦੇ ਬੰਦਿਆਂ ਦੇ, ਦੀਪ ਮਲਹੋਤਰਾ ਐਂਡ ਪੌਂਟੀ ਚੱਡਾ, ਚਲੋ ਸਾਂਝਾ ਹੀ ਬੰਦਾ ਹੋ ਗਿਆ, ਤਾਂ ਸਪਾਂਸਰ ਹੈ ਬੇਸਿਕਲੀ। ਅਤੇ ਇਹਨਾਂ ਦੇ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਤਾਂ ਪਤਾ ਹੀ ਹੋਏਗਾ, ਜਿੰਨਾ ਕੁ ਤੁਸੀਂ ਦੱਸ ਸਕਦੇ ਹੋ, ਕਿਹੜਾ ਉਹ ਹੈ ਕਿ ਕਿੱਥੇ ਕਿੱਥੇ ਕੰਮ ਵੰਡੇ ਹੋਏ ਨੇ, ਵੀ ਇੱਕ ਬੰਦਿਆਂ ਨੂੰ ਮਾਈਨਿੰਗ ਦੇ ਦਿਓ, ਇੱਕ ਬੰਦਿਆਂ ਨੂੰ ਸ਼ਰਾਬ ਦੇ ਦਿਓ, ਦੋ ਤਾਂ ਰਾਣਾ ਗੁਰਜੀਤ ਦਾ ਨਾਮ ਲੈਤਾ ਤੁਸੀਂ, ਉਹਦੇ 'ਤੇ ਕੋਈ ਨਿਸ਼ਾਨਦੇਹੀ ਦੇ ਸਕਦੇ ਹੋ ਕਿ ਇਹ ਸਾਰਾ ਢਾਂਚਾ, ਇਹ ਸਾਰੀ ਸ਼ਤਰੰਜ ਵਿਛੀ ਕਿਵੇਂ ਹੋਈ ਹੈ ਪੰਜਾਬ ਦੇ ਵਿੱਚ? ਬਜਾਏ ਕਿ ਮੈਂ ਛੋਟੇ ਪੱਧਰ 'ਤੇ ਜਿਹੜੇ ਹੈਗੇ ਲੋਕ ਉਹਨਾਂ ਦਾ ਨਾਮ ਲਵਾਂ, ਮੈਂ ਤੁਹਾਨੂੰ ਇਹ ਕਹਿਣਾ ਕਿ ਇਹ ਬੜਾ ਆਰਗੇਨਾਈਜ਼ਡ ਜਿਹਾ ਟ੍ਰੇਡ ਹੈ। ਜਦੋਂ ਅਕਾਲੀ ਦਲ ਦੇ 10 ਸਾਲ ਸੀ ਨਾ, ਉਦੋਂ ਉਹਨਾਂ ਦੇ ਜਿਹੜੇ ਅਕਾਲੀਆਂ ਦੇ ਜਿਹੜੇ ਪੋਲੀਟੀਕਲ MLAs ਜਾਂ ਤਾਕਤਵਰ ਲੋਕ ਸੀ, ਉਹ ਫਰੰਟ 'ਤੇ ਸੀਗੇ। ਅਤੇ ਮਾਈਨਿੰਗ ਮਾਫੀਆ ਅਤੇ ਸ਼ਰਾਬ ਮਾਫੀਆ ਉਹਨਾਂ ਦੇ ਨਾਲ ਮਿਲ ਕੇ ਟ੍ਰੇਡ ਕਰਦਾ ਸੀ। ਸਰਕਾਰ ਬਦਲੀ, ਅਕਾਲੀਆਂ ਦੇ ਸਪੋਰਟਰ ਪਿੱਛੇ ਹੋ ਗਏ ਨੇ, ਅਤੇ ਕਾਂਗਰਸ, ਕਿਉਂਕਿ ਹੁਣ ਰਾਜ ਉਹਨਾਂ ਦਾ ਵਾ, ਪੁਲਿਸ ਉਹਨਾਂ ਦੇ ਆਖੇ ਚੱਲਣੀ ਆ, ਉਹ ਮੇਨ ਸ਼ੇਅਰ ਹੋਲਡਿੰਗ ਦੇ ਵਿੱਚ ਕਾਂਗਰਸ ਦੇ ਬਹੁਤ ਸਾਰੇ MLAs, ਕਈ ਤਾਂ ਕਾਂਗਰਸ ਦੇ MLAs ਡਾਇਰੈਕਟਲੀ ਆਪ ਹੀ ਠੇਕੇਦਾਰ ਨੇ ਸ਼ਰਾਬ ਦੇ, ਲਾਈਕ ਅਮਰੀਕ ਸਿੰਘ ਸਮਰਾਲਾ ਨੇ, ਜਾਂ ਇਹਨਾਂ ਦੇ, ਜਾਂ ਹੋਰ ਈਵਨ ਸਰਦਾਰ ਬਲਬੀਰ ਸਿੰਘ ਸਿੱਧੂ ਜਿਹੜੇ ਇਹਦੇ ਬ੍ਰਦਰ ਨੇ, ਉਹ ਵੱਡੇ ਪੱਧਰ 'ਤੇ ਸ਼ਰਾਬ ਦਾ ਕਾਰੋਬਾਰ ਵੈਸੇ ਹੀ ਕਰਦੇ ਨੇ। ਹੁਣ ਜਦੋਂ ਤੁਸੀਂ ਕਾਰੋਬਾਰ ਵੀ ਕਰਦੇ ਆ ਅਤੇ ਤੁਸੀਂ ਮਿਨਿਸਟਰ MLA ਵੀ ਆ, ਕੌਣ ਤੁਹਾਨੂੰ ਰੋਕ ਲੂਗਾ? ਤੁਸੀਂ ਸਾਰੀ ਸ਼ਰੇਆਮ ਚੋਰੀ ਕਰੀ ਚਲੋ। ਔਰ ਐਕਸਾਈਜ਼ ਦੇ ਵਿੱਚ ਜਿਹੜੀ ਹੈ ਨਾ ਜੀ, ਉਹ ਬੇਸਿਕਲੀ ਸ਼ਰਾਬ ਦੀ ਕੀਮਤ ਨੀਲ ਜੀ ਕੋਈ ਖਾਸ ਨਹੀਂ ਗੀ। ਇਟ ਇਜ਼ ਲਾਈਕ ਬੇਅਰਲੀ 10% ਸਿਰਫ ਪਾਣੀ ਅਤੇ ਸ਼ਰਾਬ ਨੂੰ ਬਣਾਉਣ 'ਚ ਲੱਗਦਾ, ਬਾਕੀ ਸਾਰੇ ਟੈਕਸਿਸ ਨੇ, ਐਕਸਾਈਜ਼ ਡਿਊਟੀਜ਼ ਆ।
ਹੁਣ ਜਿਹੜੇ ਡਿਸਟਿਲਰੀਆਂ ਵਾਲੇ ਕੀ ਆਮ ਕਰਦੇ, ਸਾਰੀਆਂ ਕਰਦੇ, ਮੈਂ ਇਕੱਲਾ ਰਾਣੀ ਨੂੰ ਮੈਂ ਤਾਂ ਸਿੰਗਲ ਆਊਟ ਕਰਦਾ ਕਿਉਂਕਿ ਇਹ ਜ਼ਿਆਦਾ ਬਲੇਟੈਂਟਲੀ ਕਰਦਾ, ਇਹਨੂੰ ਹੈਗਾ ਬੇਸਿਕਲੀ ਉਹ ਕਾਰੋਬਾਰੀ ਸੀਗੇ, ਬਾਅਦ ਚੋਂ ਕਾਰੋਬਾਰੀ ਹੋਣ ਦੇ ਸਿਰ ਦੇ ਉੱਤੇ ਪੋਲੀਟੀਸ਼ੀਅਨ ਬਣੇ। ਤੁਸੀਂ ਹੈਰਾਨ ਹੋਵੋਗੇ, ਜਿਹੜੀ ਲੋਕੇ ਦੀ ਡਿਸਟਿਲਰੀ ਹੈ ਨਾ, ਅੱਜ ਤੋਂ ਕੋਈ 25 ਕੁ ਦਿਨ ਪਹਿਲਾਂ ਮੈਨੂੰ ਨਿਊਜ਼ ਮਿਲੀ, ਲੋਕੇ ਪਿੰਡ ਵਾਲਿਆਂ ਨੇ ਦੱਸਤਾ, ਵੀਡੀਓ ਬਣਾ ਕੇ ਭੇਜੀ ਮੈਨੂੰ, ਕਿ ਇਹਨੇ ਡਿਸਟਿਲਰੀ ਦੀ ਮਗਰਲੀ ਕੰਧ ਤੋੜ ਲਈ ਆ ਤੇ ਹੁਣ ਇਹ ਫਰੰਟ ਗੇਟ ਤੋਂ ਟਰੱਕ ਨਹੀਂ ਕੱਢਦਾ, ਪਿੱਛੋਂ ਟਰੱਕ ਕੱਢ ਕੇ। ਤੁਹਾਨੂੰ ਪਤਾ ਵਾ ਕਿ ਇੱਕ ਟਰੱਕ ਸ਼ਰਾਬ ਦੇ ਵਿੱਚ ਅਪਰੋਕਸੀਮੇਟਲੀ 8 ਤੋਂ 10 ਲੱਖ ਰੁਪਇਆ ਬਚਦਾ ਨੰਬਰ 2 ਸ਼ਰਾਬ ਵੇਚਦੇ ਜਦੋਂ, ਇੰਨਾ ਟੈਕਸ ਚੋਰੀ ਆ। ਮੰਨ ਲਓ ਜੇ ਕਿਸੇ ਡਿਸਟਿਲਰੀ ਵਾਲੇ ਨੇ ਇੱਕ ਦਿਨ ਵਿੱਚ 10 ਟਰੱਕ ਵੇਚ ਲਏ ਇੱਦਾਂ, ਤੇ 1 ਕਰੋੜ ਦਾ ਚੂਨਾ ਤਾਂ ਲਾ ਗਿਆ ਨਾ ਉਹ ਸਰਕਾਰ ਨੂੰ। 9 ਡਿਸਟਿਲਰੀਆਂ ਨੇ, 365 ਦਿਨ ਨੇ। ਸੋ ਦੇਅਰਫੋਰ ਇਟਸ ਅ ਹਿਊਜ ਮਨੀ ਮੇਕਿੰਗ ਮਸ਼ੀਨ ਫॉर द ਗਵਰਨਮੈਂਟ। ਤਾਂ ਹੀ ਉਹ ਇਹਨਾਂ ਲੋਕਾਂ ਨੂੰ ਹੱਥ ਨਹੀਂ ਪੈ ਰਿਹਾ। ਔਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗੇ ਆ, ਉਹ ਆ 2 ਜਿਹੜੇ ਵਪਾਰ ਜਿਹੜੇ ਮੈਂ ਦੁਬਾਰਾ ਜ਼ਿਕਰ ਕਰ ਰਿਹਾ, ਕਿ ਉਹ ਸ਼ਰੇਆਮ ਜਦ ਹੁਣ ਮੀਡੀਆ ਦਿਖਾ ਰਿਹਾ, ਲੋਕ ਕਹਿ ਰਹੇ ਨੇ, ਚੀਕਾਂ ਪੈ ਰਹੀਆਂ ਨੇ, ਬੰਦੇ ਮਰ ਗਏ ਨੇ, ਤੇ ਹਲੇ ਵੀ ਉਹ ਕੀ ਕਰਦੇ ਨੇ, ਹੀ ਇਜ਼ ਸਸਪੈਂਡਿੰਗ ਪੈਟੀ ਆਫਿਸਰਸ, 4 ਥਾਣੇਦਾਰ ਸਸਪੈਂਡ ਕਰਤੇ, 2 DSP ਇਹ ਜਵਾਬ ਨਹੀਂ ਗਾ। ਇਹਦਾ ਜਵਾਬ ਅਸਲ ਵਿੱਚ ਜੇ ਤੁਸੀਂ ਇਹਦੀ ਪੂਰੀ ਘੋਖ ਕਰਨੀ ਆ ਤਾਂ ਇਹ ਇੰਡੀਪੈਂਡੈਂਟ ਇਨਕੁਆਇਰੀ, ਜਿਹਦਾ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਨੇ ਗੱਲ ਕਿਹਾ ਨਾ, ਦੇਖੋ ਉਹਨਾਂ ਦੇ ਕਾਂਗਰਸ ਦੇ 2 MP, 2 ਸਾਬਕਾ ਪ੍ਰੈਜ਼ੀਡੈਂਟ ਔਰ 9 ਕਾਂਗਰਸ ਦੇ MLA, ਜਿਹ 'ਚ ਰਾਜਾ ਵੜਿੰਗ ਸਭ ਤੋਂ ਮੋਹਰੇ ਸੀ। ਇਹਨਾਂ ਨੇ CBI ਜਾਂਚ ਮੰਗੀ, ਮਤਲਬ ਅਸੀਂ ਨਹੀਂ ਕਹਿ ਰਹੇ, ਤੁਸੀਂ ਨਹੀਂ ਕਹਿ ਰਹੇ, ਉਹਨਾਂ ਦੀ ਆਪਣੀ ਪਾਰਟੀ 'ਚ ਇੰਨਾ ਸ਼ੋਰ ਹੈ ਕਿ CBI ਦੀ ਜਾਂਚ ਕਰਾਵੋ, ਪਰ ਕੈਪਟਨ ਸਾਹਿਬ ਟਸ ਤੋਂ ਮਸ ਨਹੀਂ ਹੋ। ਔਰ ਜਦੋਂ ਇਹ ਇਨਕੁਆਇਰੀ ਰੋਕਦੇ ਨੇ, ਇਹਦਾ ਮਤਲਬ ਕੁਛ ਦਾਲ ਵਿੱਚ ਕਾਲਾ, ਬਲਕਿ ਦਾਲ ਤਾਂ ਸਾਰੀ ਕਾਲੀ ਹੁੰਦੀ ਆ। ਰਾਣੇ ਗੁਰਜੀਤ ਵੇਲੇ ਵੀ ਜਦੋਂ ਮੈਂ ਓਪੋਜੀਸ਼ਨ ਲੀਡਰ ਸੀਗਾ, ਮੈਨੂੰ 8 ਮਹੀਨੇ ਲੱਗੇ ਸੀਗੇ ਸਾਰਾ ਪਰਦਾ ਫਾਸ਼ ਕਰਨ, ਬਿਕੋਜ਼ ਅਮਰਿੰਦਰ ਸਿੰਘ ਡਿਫੈਂਡ ਕਰੀ ਜਾਂਦੇ ਸੀਗੇ, ਕਿਉਂਕਿ ਅਮਰਿੰਦਰ ਸਿੰਘ ਨੂੰ ਵੀ ਇਹਦੇ 'ਚੋਂ ਕੱਟ ਮਿਲਦਾ ਨਾ। ਅਦਰਵਾਈਜ਼ ਵਾਈ ਵੁੱਡ ਅ ਚੀਫ ਮਿਨਿਸਟਰ ਇੰਡਲਜ ਇਨ ਸ਼ੀਲਡਿੰਗ ਔਰ ਪ੍ਰੋਟੈਕਟਿੰਗ ਮਾਫੀਆ ਟਾਈਪ ਆਫ ਪੀਪਲ? ਉਹਦਾ 1 ਮਿੰਟ 'ਚ ਐਕਸ਼ਨ ਲੈ ਲੈਣਾ ਚਾਹੀਦਾ। ਪਰ ਕਿਤੇ ਨਾ ਕਿਤੇ ਇਹਦਾ ਹਿੱਸੇਦਾਰੀ ਬਹੁਤ ਵੱਡੇ ਪੱਧਰ ਤੇ ਉੱਤੇ ਤਾਂ ਹੀ ਜਾਂਦੀ ਆ, ਇਸ ਕਰਕੇ ਉਹ ਸਾਰਿਆਂ ਨੂੰ ਬਚਾਉਣ 'ਚ ਲੱਗੇ ਰਹਿੰਦੇ ਨੇ। ਹੁਣ ਇਹਦਾ 2 ਹੀ ਰਾਹ ਨੇ, ਜਾਂ ਤਾਂ ਹਾਈ ਕੋਰਟ ਦਾ ਕੋਈ ਸਿਟਿੰਗ ਜੱਜ ਇਨਕੁਆਇਰੀ ਕਰੇ, ਜਾਂ ਫਿਰ CBI ਵਰਗੀ ਕੋਈ ਇੰਡੀਪੈਂਡੈਂਟ ਏਜੰਸੀ ਉਹ ਆਵੇ ਔਰ ਉਹ ਜੜ ਤੱਕ ਜਾਵੇ ਤੇ ਅਸਲ ਬੰਦਿਆਂ ਨੂੰ ਫੜੇ, ਤੇ ਫਿਰ ਪੰਜਾਬ ਦੇ ਲੋਕਾਂ ਦਾ ਖਹਿੜਾ ਛੁੱਟਣਾ। ਵਰਨਾ ਤੁਸੀਂ ਦੇਖ ਲਿਆ, ਰੋਜ਼ 5, 7, 10 ਮੌਤਾਂ ਹਲੇ ਵੀ ਹੋਈ ਜਾਂਦੀਆਂ ਨੇ। ਮੇਰਾ ਖਿਆਲ ਦਾ ਕਾਊਂਟ ਵੁੱਡ ਹੈਵ ਡੈਫੀਨੇਟਲੀ ਗੋਨ ਬਿਯੋਂਡ 125 ਪੀਪਲ। ਔਰ ਮਰਨ ਵਾਲੇ ਵਿਚਾਰੇ ਬਹੁਤ ਗਰੀਬ ਬੰਦੇ ਨੇ। ਮੈਂ ਤਾਂ ਪਿੰਡਾਂ ਜਾ ਕੇ ਦੇਖਿਆ, ਬਹੁਤ ਅਤ ਗਰੀਬ, ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ, ਉਹਨਾਂ ਦੀ ਆਵਾਜ਼ ਵੀ ਹੈ ਨਹੀਂ ਗੀ। ਉਹ ਇੱਥੋਂ ਤੱਕ, ਮੈਂ ਜਦੋਂ ਪੰਡੋਰੀ ਤੇ ਉੱਥੇ ਗਿਆ ਮੁੱਛਲ ਪਿੰਡ ਵਿੱਚ, ਜਿਹੜੇ ਪਿੰਡ ਦੇ ਸੀ ਨਾ ਜੀ ਥੋੜ੍ਹੇ ਜਿਹੇ ਸਤਿਕਾਰਯੋਗ ਸਰਪੰਚ ਟਾਈਪ ਨੰਬਰਦਾਰ, ਉਹ ਕਹਿੰਦੇ ਜੀ ਇਹ ਗਰੀਬ ਇੰਨੇ ਡਰਦੇ ਨੇ, ਇਹ ਪੁਲਿਸ ਨੂੰ ਆਪਣਾ ਬਿਆਨ ਹੀ ਨਹੀਂ ਦੇ ਰਹੇ। ਔਰ ਪੁਲਿਸ ਨੂੰ ਬਿਆਨ ਲੈਣ ਦੀ ਲੋੜ ਹੀ ਨਹੀਂ ਇਸ ਕੇਸ ਵਿੱਚ। ਪੁਲਿਸ ਨੂੰ ਆਪਣੇ ਆਪ ਹੀ ਆਪਣੀ ਇਨਵੈਸਟੀਗੇਸ਼ਨ ਕਰਕੇ ਗੁਨਾਹਗਾਰਾਂ ਤੱਕ ਪਹੁੰਚ ਜਾਣਾ ਚਾਹੀਦਾ ਸੀਗਾ। ਪਰ ਫਿਰ ਮੇਰਾ ਐਮਫੈਸਿਸ ਆ ਕਿ ਇਹ ਕੋਈ ਛੋਟੇ ਪੱਧਰ ਦਾ ਵਪਾਰ ਨਹੀਂ ਗਾ, ਇਹ ਕੋਈ 1, 2, 4 ਭੱਠੀਆਂ ਦੀ ਗੱਲ ਨਹੀਂ ਗੀ, ਇਹ ਕੋਈ ਛੋਟੇ ਕੋਈ ਪੈਟੀ ਸਮਗਲਰ ਦਾ ਕੰਮ ਨਹੀਂ ਗਾ, ਇਹ ਵੱਡਾ ਮਾਫੀਆ, ਵੱਡੇ ਮਗਰਮੱਛਾਂ ਦਾ ਕੰਮ। ਖਹਿਰਾ ਸਾਹਿਬ, 1 ਜਾਂ 2 ਸਵਾਲ ਹੀ ਲਾਸਟ ਲਵਾਂਗਾ ਤੁਹਾਡੇ ਤੋਂ ਇਨ ਬਰੀਫ। ਜਿਵੇਂ ਕਹਿ ਸਕਦੇ ਹਾਂ ਕਿ ਪਿਛਲੀ ਸਰਕਾਰ ਵੇਲੇ ਪੰਜਾਬ ਚਿੱਟੇ ਦੀ ਭੇਟ ਚੜ੍ਹ ਗਿਆ, ਤੇ ਇਸ ਸਰਕਾਰ ਵੇਲੇ ਪੰਜਾਬ ਨਕਲੀ ਸ਼ਰਾਬ ਦੀ ਭੇਟ ਚੜ੍ਹ ਗਿਆ। ਇੱਕ ਤਾਂ ਇਹ ਚੀਜ਼ ਲਗਭਗ ਕਲੀਅਰ ਹੋ ਰਹੀ ਹੈ ਕਿ ਇਹਨੂੰ ਸਾਹਮਣੇ ਨਜ਼ਰ ਆ ਰਹੀ ਆਮ ਭਾਸ਼ਾ ਦੇ ਵਿੱਚ। ਆਪਾਂ ਗੱਲ ਕਰ ਰਹੇ ਹਾਂ ਕਿ ਆਮ ਲੋਕ ਜਿਹੜੇ ਪੀੜਤ ਨੇ ਉਹ ਬਿਆਨ ਵੀ ਨਹੀਂ ਦਿੰਦੇ। ਇਹ ਸੇਮ ਲਾਈਕ ਹੁਣ ਸ਼ਰਾਬ ਦਾ ਕਾਰੋਬਾਰ ਹੁਣ ਤੱਕ ਇਹ ਸੀ ਕਿ ਜੇਕਰ ਕਿਸੇ ਨੂੰ ਕੋਈ ਮਾੜੀ ਸ਼ਰਾਬ ਮਿਲਦੀ ਸੀ ਤਾਂ ਬੰਦਾ ਜਾ ਕੇ ਤਾਨਾ ਵੀ ਦੇ ਜਾਂਦਾ ਸੀ ਠੇਕੇਦਾਰ ਨੂੰ ਕਿ ਤੇਰੇ ਠੇਕੇ ਤੋਂ ਬੰਦਾ ਸ਼ਰਾਬ ਲੈ ਕੇ ਗਿਆ ਤੇ ਮਾੜੀ ਮਿਲੀ ਹੈ। ਪਰ ਇਸ ਮਾਮਲੇ 'ਚ ਸੇਮ ਨਾਰਕੋਟਿਕਸ ਵਾਲਾ ਕੇਸ ਹੀ ਆ ਜਾਂਦਾ ਹੈ ਕਿ ਨਾਰਕੋਟਿਕਸ ਖਰੀਦਣਾ ਵੇਚਣਾ ਅਪਰਾਧ ਹੈ, ਤਾਂ ਉਹ ਬੰਦਾ ਕਿਵੇਂ ਕਹੂਗਾ ਕਿ ਮੈਂ ਨਕਲੀ ਸ਼ਰਾਬ ਖਰੀਦੀ ਹੈ? ਮੈਂ ਹੁਣ ਜੋ ਅਸਲੀ ਸਵਾਲ ਤੇ ਆਉਣਾ ਚਾਹੁੰਦਾ ਕਿ ਕੀ ਇਹ ਲੱਗਦਾ ਹੈ ਕਿ ਜਿਵੇਂ ਚਿੱਟੇ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ, ਹਾਈ ਕੋਰਟ ਵੀ ਇਨਵੋਲਵ ਹੋ ਗਿਆ, ED ਵੀ ਇਨਵੋਲਵ ਹੈ, ਇਸ ਕੇਸ 'ਚ ਵੀ ਸਲਾਈਟਲੀ ED ਇਨਵੋਲਵ ਹੋਈ ਹੈ ਰਾਜਪੁਰਾ ਸ਼ੰਭੂ ਘਨੌਰ ਵਾਲੇ ਏਰੀਏ ਦੇ ਵਿੱਚ, ਪਰ ਕਿਦਾ ਕਿ ਇਹ ਲੱਗਦਾ ਕਿ ਇਸ ਮਾਮਲੇ 'ਚ ਵੀ ਕੋਈ ਇਨਸਾਫ ਨਹੀਂ ਹੋਏਗਾ? ਮੈਨੂੰ ਲੱਗਦਾ ਵਾ ਕਿ ਆਪਣੇ ਨਾਲ ਦੇਸ਼ ਇਨ ਦਾ ਬੈਕਡ੍ਰੌਪ ਆਫ CBI ਡਿਮਾਂਡ, CBI ਪ੍ਰੋਬ ਡਿਮਾਂਡ। ਮੈਨੂੰ ਇੱਕ ਤਾਂ ਹੈਗਾ ਦੁੱਖ, ਅਫਸੋਸ ਹੈ ਕਿ ਸਾਡੇ ਕੋਲ ਜਿਹੜੇ ਆਮ ਗ੍ਰੀਵੈਂਸਿਸ ਦੇ ਰਿਡਰੈਸਲ ਦੇ ਪਲੇਟਫਾਰਮਸ ਨੇ ਨਾ ਜੀ, ਇੱਕ ਤਾਂ ਪਹਿਲਾਂ ਸਰਕਾਰ ਹੀ ਹੁੰਦੀ ਆ। ਜਦੋਂ ਸਰਕਾਰ ਆਪਣੇ ਗੈਰ ਕਾਨੂੰਨੀ ਕੰਮ ਧੰਦੇ ਤੇ ਲੋਕਾਂ ਨੂੰ ਬਚਾਉਂਦੀ ਆ, ਫਿਰ ਰੋਲ ਆਉਂਦਾ ਹਾਈ ਕੋਰਟਸ ਦਾ ਤੇ ਸੁਪਰੀਮ ਕੋਰਟ ਦਾ, ਫਿਰ ਰੋਲ ਆਉਂਦਾ ਉਹਦੇ 'ਚ ਇੰਡੀਪੈਂਡੈਂਟ ਏਜੰਸੀਜ਼, ਚਾਹੇ ਉਹ CBI ਆ, ਚਾਹੇ ਉਹ ਇਨਫੋਰਸਮੈਂਟ ਡਾਇਰੈਕਟਰੇਟ ਆ। ਪਰ ਤੁਸੀਂ ਦੇਖੋਗੇ ਕਿ ਅਨਫੋਰਚੂਨੇਟਲੀ ਪਿਛਲੇ ਕੁਝ ਸਮੇਂ ਤੋਂ ਕੋਰਟਸ ਤੇ ਇਹ ਵੱਡੀਆਂ ਏਜੰਸੀਆਂ ਇਹ ਵੀ ਪੋਲੀਟੀਕਲ ਦਬਾਅ ਦੇ ਅਧੀਨ ਕੰਮ ਕਰ ਰਹੀਆਂ। ਫੇਅਰਨੈਸ ਨਹੀਂ ਨਜ਼ਰ ਆ ਰਹੀ ਔਰ ਬਹੁਤ ਲੰਬੇ ਲੈ ਜਾਂਦੇ ਨੇ। ਹਾਈ ਕੋਰਟ ਜਿਹੜਾ ਡਰੱਗਸ ਦੀ ਜਾਂਚ ਕਰ ਰਿਹਾ, ਮੈਨੂੰ ਲੱਗਦਾ 5 ਸਾਲ ਹੋ ਗਏ ਨੇ, ਕਰੀ ਜਾਂਦੇ ਨੇ। 14 ਦਾ ਕੇਸ ਹੈ, 6 ਸਾਲ ਹੋ ਗਏ ਨੇ। ਬੇਅਦਬੀ 2015 'ਚ ਵਾਪਰੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਾਈਬਲ 'ਚ ਗੋਲੀ ਚੱਲੀ ਆ,
5 ਸਾਲ ਹੋ ਗਏ ਜਾਂਚ ਹੀ ਕਰੀ ਜਾਂਦੇ ਨੇ, ਕਦੀ ਕੋਈ SIT ਬਣਾਉਣ ਦਾ, ਕੋਈ ਕਮਿਸ਼ਨ। ਇਨਫੈਕਟ ਇਸ ਦੇਸ਼ ਦੀ ਇਹ ਤਰਾਸਦੀ ਆ। ਔਰ ਅਕਾਲੀ ਦਲ ਦਾ ਮੈਂ ਕਹਿਣਾ ਚਾਹੁੰਦਾ, ਦੇਖੋ ਹੁਣ ਆਪੋਜੀਸ਼ਨ 'ਚ ਆ, ਮਾਝੇ ਵਿੱਚ ਸ਼ਰਾਬ ਦਾ ਸਕੈਂਡਲ ਹੋਇਆ ਤੇ ਅਕਾਲੀ ਕੋ ਬੋਲਿਆ ਹੀ ਨਹੀਂਗਾ। ਅਦਰਵਾਈਜ਼ ਛੋਟੀਆਂ ਗੱਲਾਂ ਤੇ ਮਤਲਬ ਚਲੋ ਇਸ਼ੂ ਸਾਰੇ ਵੱਡੇ ਹੁੰਦੇ ਮੰਨਦੇ, ਮੈਂ ਨਹੀਂ ਕਹਿੰਦਾ, ਪਰ ਲੈਟਸ ਸੇ ਆਟੇ ਦਾਲ ਦੇ ਕਾਰਡ ਕੱਟੇ ਗਏ ਤਾਂ ਮੂਹਰੇ ਆਣ ਕੇ ਹਮ ਐਸੇ ਕਰ ਦੇਂਗੇ, ਇਹ ਤਾਂ ਸਰਕਾਰ ਨੇ ਧੱਕਾ ਕਰ ਦਿੱਤਾ ਵੀ ਜਿਹੜਾ 125 ਬੰਦਾ ਮਰ ਗਿਆ ਇਹਦੇ ਤੇ ਤੁਸੀਂ ਕੋਈ ਕਰ ਰਹੇ। ਸੋ ਮੈਨੂੰ ਲੱਗਦਾ ਕਿ ਅੰਦਰ ਖਾਤੇ ਨਾ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਆਪਸ ਵਿੱਚ, ਜਿੱਥੇ ਜਿਹੜਾ ਇਸ਼ੂ ਦੇ ਫੀਲ ਕਿ ਗਵਰਨਮੈਂਟ ਵਾਕਈ ਹੀ ਕਾਰਨਰ ਹੋ ਸਕਦੀ ਆ ਉਹਨੂੰ ਛੱਡ ਦਿੰਦੇ ਨੇ। ਤੇ ਆ ਨੌਨ ਇਸ਼ੂਜ਼ ਜੇ ਜਨਰਲਾਈਜ਼ ਜੇ ਕਿ ਸੜਕਾਂ ਟੁੱਟੀਆਂ ਨੇ, ਬਿਜਲੀ ਨਹੀਂ ਪਿੰਡਾਂ ਦੇ ਵਿੱਚ ਆ ਰਹੀ, ਆਟੇ ਦਾਲ ਦੇ ਕਾਰਡ ਨਹੀਂ ਮਿਲ ਰਹੇ, ਇਸ ਤਰ੍ਹਾਂ ਦੇ ਮਸਲਿਆਂ ਦੇ ਉੱਤੇ ਜ਼ਿਆਦਾ ਗੰਭੀਰਤਾ ਦਿਖਾਉਂਦੇ ਨੇ। ਸੋ ਕਿਤੇ ਨਾ ਕਿਤੇ ਇਹ ਪੋਲੀਟੀਕਲੀ ਮੋਟੀਵੇਟਡ, ਬਹੁਤ ਮਤਲਬ ਇਨਸਾਫ ਲੈਣਾ ਕੋਈ ਸੌਖੀ ਗੱਲ ਨਹੀਂ ਗੀ ਇੱਥੇ। ਅਮਰਿੰਦਰ ਸਿੰਘ ਇਹ ਗੱਲ ਕਿਵੇਂ ਕਹੀ ਜਾਂਦੇ ਨੇ ਕਿ ਉਹ ਰਿਪੀਟ ਕਰਨ ਨੂੰ ਤਿਆਰ ਨੇ, ਸਰਕਾਰ ਉਹ ਕੈਪੇਬਲ ਨੇ ਇੱਕ ਵਾਰੀ ਹੋਰ ਖੇਡਣ ਦੇ। ਇਸ ਤਰ੍ਹਾਂ ਪੋਲੀਟੀਕਲੀ ਪੰਜਾਬ ਦੀ ਜੋ ਇਹ ਅਨਸਰਟੈਨਟੀ ਆ, ਪੋਲੀਟੀਕਲ ਜੋ ਪੰਜਾਬ ਅਪਸੈਟ ਹੋਇਆ ਹੈ, ਐਸੇ 'ਚ ਕੌਣ ਦਾ ਮਾਰ ਜਾਏਗਾ? ਮੈਂ ਹੁਣ ਪੋਲੀਟੀਕਲ ਗੱਲ ਤੇ ਆ ਰਿਹਾ, ਆਪਾਂ ਗੱਲਾਂ ਨਿਬੇੜ ਲੀਆਂ ਸਾਰੀਆਂ। ਮੈਂ ਦਾ ਤਾਂ ਨਹੀਂ ਮੈਨੂੰ ਪਤਾ, ਪਰ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਵਰਗਾ ਚੀਫ ਮਿਨਿਸਟਰ ਦੁਬਾਰਾ ਲੋਕਾਂ ਨੇ ਲੈਟ ਸੇ ਬਾਈ ਡਿਫਾਲਟ ਹੀ ਬਣਾ ਦਿੱਤਾ, ਫਿਰ ਆਪਣੀ ਕਿਸਮਤ ਨੂੰ ਆਪ ਹੀ ਰੋਣਗੇ ਲੋਕ। ਬਿਕੋਜ਼ ਪਿਛਲੇ 3 ਸਾਲ 'ਚ ਮੈਨੂੰ ਨਹੀਂ ਲੱਗਦਾ ਕਦੀ ਇਹ ਕਿਤੇ 30 ਥਾਵਾਂ 'ਤੇ ਵੀ ਪੰਜਾਬ 'ਚ ਗਏ ਹੋਣਗੇ। ਹੁਣ ਤਾਂ ਪਿਛਲੇ ਕਾਫੀ ਅਰਸੇ ਤੋਂ ਬਿਲਕੁਲ ਹੀ ਕਰੋਨਾ ਦੇ ਮੱਦੇਨਜ਼ਰ ਲੋਕੀ ਗਏ ਨੇ, ਔਰ ਫੇਸ ਟਾਈਮ 'ਤੇ ਮਾੜਾ ਕਦੀ ਨੂਰ ਨਾਲ ਗੱਲ ਕਰ ਲਈ, ਕਦੀ ਉਹਦੇ ਨਾਲ ਗੱਲ ਕਰ ਲਈ। ਦਿਸ ਇਜ਼ ਨਾਟ ਦ ਵੇ ਇਹ ਸਟੇਟ ਸ਼ੁੱਡ ਬੀ ਰਨ। ਸਾਨੂੰ ਪਤਾ ਵਾ ਕਰੋਨਾ ਇੰਪੋਰਟੈਂਟ ਜਾਂ ਹਾਰਮਫੁਲ ਡਿਜ਼ੀਜ਼ ਜਾਂ ਵਾਇਰਸ ਆ, ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਤੁਸੀਂ ਫਿਰ ਤੁਸੀਂ ਲੀਡਰ ਕਾਹਦੇ ਹੋ? ਫਿਰ ਤਾਂ ਤੁਸੀਂ ਇੱਕ ਸਧਾਰਨ ਆਮ ਇਲੈਕਟੋਰੇਟ ਜਿਹੜਾ ਆਪ ਘਰ 'ਚ ਡਰ ਕੇ ਬੈਠਾ, ਤੁਸੀਂ ਉਹਦੇ ਵਾਂਗੂ ਡਰ ਕੇ ਬੈਠ ਕੇ ਨੇ। ਸੋ ਅਮਰਿੰਦਰ ਸਿੰਘ ਔਰ ਇਹਨਾਂ ਦੀ ਕਾਰਗੁਜ਼ਾਰੀ ਆਲ ਫਰੰਟਸ 'ਤੇ, ਇੱਕ ਤਾਂ ਹੁੰਦਾ ਨਾ ਕਿ ਕਿਸੇ ਇੱਕ ਫਰੰਟ ਵਿੱਚ ਉਹਨਾਂ ਨੇ ਕੋਈ ਕਾਮਯਾਬੀ ਹਾਸਲ ਕੀਤੀ ਕਿਸੇ ਗੱਲ 'ਚ, ਨਾ ਇਲੈਕਸ਼ਨਾਂ ਦੇ ਵਾਅਦੇ, ਨਾ ਗੁੱਡ ਗਵਰਨੈਂਸ, ਨਾ ਕੋਈ ਭ੍ਰਿਸ਼ਟਾਚਾਰ ਨੂੰ ਰੋਕ ਸਕੇ, ਨਾ ਕਿਸੇ ਮਾਫੀਆ ਨੂੰ। ਔਰ ਅਕਾਲੀ ਦਲ ਦੇ ਵੇਲੇ ਤਾਂ ਲੋਕੀ ਪਿੰਡਾਂ 'ਚ ਹੁਣ ਇਹ ਗੱਲ ਕਰਦੇ ਨੇ ਕਿ ਅਕਾਲੀਆਂ ਦਾ ਰਿਕਾਰਡ ਤੋੜਤਾ ਬਈ ਕੈਪਟਨ ਨੇ, ਇੰਨਾ ਮਾਫੀਆ ਪੈਦਾ ਕਰ ਦਿੱਤਾ। 10 ਸਾਲ ਦਾ ਉਹਨਾਂ ਦਾ ਵੀ ਨਹੀਂ ਜਾਂਦਾ। ਹੁਣ ਅਕਾਲੀ ਵੀ ਵਿਚਾਰੇ ਸ਼ਰਮਿੰਦੇ, ਪਤਾ ਕਿਉਂ ਆ? ਉਹ ਜਦੋਂ ਕੋਈ ਗੱਲ ਆਉਂਦਾ, ਲੈਟਸ ਸੇ ਡਰੱਗਸ, ਤੁਸੀਂ ਆਪੇ ਜ਼ਿਕਰ ਕੀਤਾ ਕਿ ਉਹ ਸੂਡੋਫੈਡਰੀਨ ਜਗਜੀਤ ਚਾਲ ਦੀ ਫੈਕਟਰੀ 'ਚੋਂ ਲੱਭੀ ਸੀ, ਤੇ ਉਹਦੇ 'ਚ ਇਲਜ਼ਾਮ ਕੀ ਸੀਗਾ ਕਿ ਜਗਜੀਤ ਚਾਲ ਦਾ ਤੇ ਉਹ ਜਿਹੜੇ ਸੱਤਾ ਤੇ ਪਿੰਦਾ ਇੰਟਰਨੈਸ਼ਨਲ ਸਮਗਲਰ ਸੀ, ਉਹ ਬਿਕਰਮ ਨੇ ਵਿੱਚ ਬੈਠ ਕੇ ਸੂਡੋਫੈਡਰੀਨ ਦਾ ਸਮਝੌਤਾ ਕਰਾਇਆ। ਸੋ ਉਹ ਇਸ ਇਸ਼ੂ ਤੇ ਆਣ ਕੇ ਬਿਲਕੁਲ ਮੇਰਾ ਖਿਆਲ ਉਹਨਾਂ ਦੇ ਅੰਦਰੋਂ ਆਤਮਾ ਹੀ ਉਹਨਾਂ ਨੂੰ ਰੋਕ ਦਿੰਦੀ ਕਿ ਤੁਸੀਂ ਤਾਂ ਨਾ ਬੋਲਿਓ, ਵੀ ਕੋਈ ਹੋਰ ਤਾਂ ਬੋਲ ਸਕਦਾ। ਸੋ ਦੋਨੋਂ ਪਾਰਟੀਆਂ ਇੱਕ ਸ਼ਿਕਾਰ। ਹੁਣ ਤੁਸੀਂ ਕਿਹਾ ਕਿ ਪੋਲੀਟੀਕਲ ਇਹਦਾ ਸੋਲਿਊਸ਼ਨ, ਮੇਰਾ ਇਹ ਮੰਨਣਾ ਵਾ ਕਿ ਕੁਛ ਨਾ ਕੁਦਰਤ ਦੇ ਹੱਥ ਵਿੱਚ ਵੀ ਹੁੰਦਾ। ਸਾਰਾ ਕੁਛ ਜੋ ਆਪਾਂ ਚਾਹੁੰਦੇ ਉਹ ਨਹੀਂ ਹੁੰਦਾ। ਕੁਦਰਤ ਬੜੀ ਬੇਅੰਤ ਹੈ, ਔਰ ਜਿੱਦਾਂ ਦੇ ਕ੍ਰਾਈਸਿਸ ਡਿਵੈਲਪ ਹੋ ਰਹੇ ਨੇ, ਆਈ ਐਮ ਵੈਰੀ ਸ਼ੋਰ ਕਿ ਕੁਛ ਨਾ ਕੁਛ ਅਲਟਰਨੇਟਿਵ ਪਲੇਟਫਾਰਮ ਇਮਰਜ ਪੰਜਾਬ ਦੇ ਵਿੱਚ ਅਵੱਸ਼ ਹੋਵੇਗਾ, ਔਰ ਪੰਜਾਬ 'ਚ ਲੋਕਾਂ ਨੂੰ ਇੱਕ ਵਾਰ ਫਿਰ ਆਪਸ਼ਨ ਹੋਵੇਗੀ। ਹੁਣ ਅਕਸਰ ਆਪਸ਼ਨ ਐਕਸਰਸਾਈਜ਼ ਕਰਨਾ ਵੋਟਰ ਦਾ ਅਧਿਕਾਰ ਆ। ਸੋ ਮੈਨੂੰ ਲੱਗਦਾ ਵਾ ਕਿ ਅਗਲੀ ਇਲੈਕਸ਼ਨ ਬਹੁਤ ਕੀ ਕਹਿੰਦੇ ਆ ਕਿ ਅਹਿਮ ਇਲੈਕਸ਼ਨ ਪੰਜਾਬ, ਕਿਉਂਕਿ ਜੇ ਕਿਤੇ 5 ਸਾਲ ਹੋਰ ਗਵਾਚ ਗਏ, ਕਿਉਂਕਿ ਅਸੀਂ 5 ਸਾਲ ਲੂਜ਼ ਨਹੀਂ ਕਰੀਦਾ, ਅਸੀਂ 5 ਸਾਲ ਦੇ ਇਸ ਮਿਸਰੂਲ ਕਰਕੇ ਅਸੀਂ 25 ਸਾਲ ਪਿੱਛੇ ਜਾਈਦਾ। ਸਰ ਇੱਕ ਕੁਐਸਚਨ ਰਹਿ ਨਾ ਜਾਏ, ਬੜਾ ਜ਼ਰੂਰੀ ਹੈ, ਲਾਸਟ ਕੁਐਸਚਨ ਹੀ ਹੈ। ਮੈਂ ਇਜਾਜ਼ਤ ਪਹਿਲਾਂ ਲੈ ਲੈਂਦਾ ਹੈ ਕਿ ਹੁਣ ਜਿਸ ਤਰ੍ਹਾਂ ਪਿਛਲੀ ਵਾਰੀ ਸੱਤਾ, ਪਿੰਦਾ, ਚਾਲ, ਗਾਬਾ ਇਹਨਾਂ ਦੀ ਨਿਸ਼ਾਨਦੇਹੀ ਟਾਈਮ ਸਿਰ ਕਰ ਲਈ ਸੀ, ਤਾਂ ਇਸ ਵਾਰ ਦੇ ਜਿਹੜੇ ਸ਼ਰਾਬ ਦੇ ਸੱਤੇ ਪਿੰਦੇ ਨੇ, ਇੱਕ ਅੱਧਾ ਦਾ ਫੋਟੋ ਦਿਖਾ ਦਿੱਤੀ ਹੈ, ਤੇ ਹੋਰ ਵੀ ਲੋਕਾਂ ਨੂੰ ਹੁਣ ਆਪ ਦੇਖਣਾ ਹੋਏਗਾ। ਤੇ ਦੂਜਾ ਕਾਰਪੋਰੇਟ ਪੱਧਰ ਦੀ ਇਲੈਕਸ਼ਨ ਜਿਹੜੀ ਹੈਗੀ ਆ ਉਸ ਤੋਂ ਗਰੇਜ ਕਰਨਾ ਹੋਏਗਾ। 2022 'ਚ ਵਾਰੀ ਲੋਕ ਕਚਹਿਰੀ 'ਚ ਆਉਣੀ ਹੈ। ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ। ਆਖਰੀ ਸਵਾਲ ਮੈਂ ਖਹਿਰਾ ਸਾਹਿਬ ਨੂੰ ਪੁੱਛਦੇ ਹੋਏ ਫਿਰ ਆਪਾਂ ਇਹਨਾਂ ਤੋਂ ਵੀ ਇਜਾਜ਼ਤ ਪਹਿਲਾਂ ਹੀ ਲੈ ਲੈਂਦੇ ਹਾਂ ਕਿ ਪਿਛਲੀ ਵਾਰ ਤੁਸੀਂ ਆਮ ਆਦਮੀ ਪਾਰਟੀ 'ਚ ਸੀ, ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਲੱਗਦਾ ਕਿ ਉਹਨੇ ਬਹੁਤ ਜ਼ਿਆਦਾ ਫੰਡ ਇਕੱਠਾ ਕੀਤਾ, ਇਹ ਕਹਿ ਕੇ ਕਿ ਇਲੈਕਸ਼ਨ ਲੜਨੀ ਹੈ। ਇਹ ਮੇਰੇ ਖਿਆਲ 'ਚ ਨੈਰੇਟਿਵ ਕਹਿ ਲਓ ਜਾਂ ਆਪਣੇ ਆਪ 'ਚ ਇਹ ਆਪਣੇ ਆਪ 'ਚ ਜਿਹੜਾ ਕਰਪਟ ਪ੍ਰੈਕਟਿਸ ਲੱਗਦੀ ਹੈ ਕਿ ਇਹ ਕਹਿਣਾ ਕਿ ਇਲੈਕਸ਼ਨ ਲੜਨ ਵਾਸਤੇ ਫੰਡਿੰਗ ਚਾਹੀਦੀ ਹੈ, ਕਿ ਇਲੈਕਸ਼ਨ ਲੜਨੀ ਬਹੁਤ ਔਖੀ ਹੋਈ ਪਈ ਹੈ। ਇਸ ਤੇ ਤੁਸੀਂ ਕੀ ਟੇਕ ਦੇਣਾ ਚਾਹੋਗੇ? ਤੁਸੀਂ ਵੀ ਕਿਉਂਕਿ ਇਲੈਕਸ਼ਨ ਦੀ ਤਿਆਰੀ ਕਰਨੀ ਹੈ। ਲੈਟਸ ਬੀ ਓਨੈਸਟ ਕਿ ਇਲੈਕਸ਼ਨਸ ਮਹਿੰਗੀਆਂ ਹੀ ਇੰਨੀਆਂ ਹੋ ਚੁੱਕੀਆਂ ਨੇ ਕਿ ਇਸ ਨੂੰ ਲੜਨ ਵਾਸਤੇ ਖਾਸਾ ਪੈਸਾ ਚਾਹੀਦਾ। ਹੁਣ ਪੈਸਾ ਸੋਰਸ ਕੀ ਆ? ਜਾਂ ਤਾਂ ਫਿਰ ਇਲੈਕਸ਼ਨ ਕਮਿਸ਼ਨ ਤੇ ਗਵਰਨਮੈਂਟ ਆਫ ਇੰਡੀਆ ਐਡੇ ਸਟ੍ਰਿਕਟ ਨੋਰਮਸ ਕਰ ਦੇਣ, ਜਿੱਦਾਂ ਵੈਸਟਰਨ ਡੈਮੋਕ੍ਰੇਸੀ ਜਾ ਕੇ ਤੁਹਾਡਾ ਸਿਰਫ ਡਿਬੇਟਸ ਹੋਣਗੇ, ਤੁਸੀਂ ਪਿੰਡਾਂ 'ਚ ਨਹੀਂ ਜਾਣਾ, ਤੁਸੀਂ ਕੋਈ ਇਕੱਠ ਨਹੀਂ ਕਰਨੇ, ਆਹ ਸਾਰਾ ਖਰਚਾ ਨਹੀਂ ਕਰਨਾ, ਸ਼ਰਾਬ ਨਹੀਂ ਵੰਡਣੀ, ਪੈਸੇ ਨਹੀਂ ਵੰਡਣੇ, ਉਹ ਰੋਕ ਨਹੀਂ ਸਕੀਆਂ ਸਰਕਾਰਾਂ। ਉਹ ਇਲੈਕਸ਼ਨ ਕਮਿਸ਼ਨ ਅਸਲੀਅਤ ਹੈਗੀ ਆ, ਰੋਕ ਨਹੀਂ ਸਕੀ। ਤਾਂ ਇਲੈਕਸ਼ਨਾਂ ਮਹਿੰਗੀਆਂ ਹੋਣ ਦੇ ਕਰਕੇ ਪਾਰਟੀਆਂ ਨੂੰ ਫੰਡਿੰਗ, ਜਿਹੜਾ ਆਮ ਆਦਮੀ ਪਾਰਟੀ ਦਾ ਨਾ, ਉਹਨਾਂ ਨੇ ਸ਼ੁਰੂਆਤ ਤਾਂ ਮਾੜੀ ਨਹੀਂ ਸੀ ਕੀਤੀ। ਉਹਨਾਂ ਨੇ ਕਿਹਾ ਸੀ ਅਸੀਂ ਇੱਕ ਆਨਲਾਈਨ ਪੋਰਟਲ, ਜਿੱਥੇ ਜਿਹੜੇ ਡੋਨਰਸ ਆਉਣਗੇ ਉਹਨਾਂ ਦਾ ਨਾਮ ਲਿਖਿਆ ਜਾਊਗਾ, ਔਰ ਹਰ
ਮਹੀਨੇ ਉਹਦੀ ਆਡਿਟਿੰਗ ਕਰਕੇ ਉਹਦੀ ਇੱਕ ਐਕਸਪੈਂਡੀਚਰ ਦੀ ਰਿਪੋਰਟ, ਪਰ ਜਦੋਂ ਫੰਡਿੰਗ ਇੰਨੇ ਵੱਡੇ ਪੱਧਰ ਤੇ NRIs ਨੇ ਭਰੋਸਾ ਕਰਕੇ ਦੇਤੀ, ਉਹਨਾਂ ਨੇ ਉਹ ਸਾਰਾ ਉਹ ਪੋਰਟਲ ਤੋਂ ਚੱਕ ਹੀ ਦਿੱਤਾ ਕੰਮ ਨੂੰ ਸਾਰਾ। ਮਤਲਬ ਬਾਕੀਆਂ ਪਾਰਟੀਆਂ ਵਾਂਗੂ ਫਿਰ ਉਹਨਾਂ ਦੇ ਦੁਰਉਪਯੋਗ ਦੇ ਪੈਸੇ ਦੇ ਫੰਡਸ ਦੇ ਦੁਰਉਪਯੋਗ ਦੇ ਲੱਗਣ ਲੱਗ ਕੇ। ਅਦਰਵਾਈਜ਼ ਅਸੂਲਨ ਤਾਂ ਜੇ ਇਹਦਾ ਹੱਲ ਇੱਕੋ ਹੀ ਆ, ਜੇ ਬਹੁਤ ਰੈਵੋਲੂਸ਼ਨਰੀ ਇਲੈਕਟੋਰਲ ਰਿਫਾਰਮਸ ਸਰਕਾਰ ਜਿਹੜੀ ਕੇਂਦਰ 'ਚ ਬੈਠੀ ਆ ਤੇ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਹੋਣ, ਤੇ ਐਨ ਇੱਕ ਵਾਰੀ ਜਿਹਨੂੰ ਕਹਿੰਦੇ ਆ ਕਿ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਹੋਣ ਕਿ ਬਹੁਤਾ ਪੋਲੀਟੀਕਲ ਆਦਮੀ ਨੂੰ ਓਪਰਚੁਨਿਟੀ ਨਾ ਮਿਲੇ ਕਿ ਜਿਹੜਾ ਉਹ ਬਹੁਤ ਰੋਜ਼ ਪਿੰਡਾਂ 'ਚ ਘੁੱਸ ਕੇ ਉਹਨਾਂ ਦੇ ਬੰਦੇ ਪੈਸਾ ਤੇ ਸ਼ਰਾਬ ਵੰਡਦੇ ਨੇ। ਅਦਰਵਾਈਜ਼ ਛੁਟਕਾਰਾ ਨਹੀਂ। ਔਰ ਜਿਹੜਾ ਇਲੈਕਟੋਰਲ ਫੰਡਿੰਗ ਹੈ ਨਾ, ਜਿਹੜੀ ਮਾਲ ਪ੍ਰੈਕਟਿਸ, ਇਹਦਾ ਨਤੀਜਾ ਪਤਾ ਕੀ ਹੋ ਰਿਹਾ? ਅਨਫੇਅਰ ਲੀਡਰਸ਼ਿਪ ਥਰੂ ਹੋ ਰਹੀ ਪੰਜਾਬ 'ਚ। ਪਿੰਡ ਵਿੱਚ ਵੀ ਮਾਫ ਕਰਨਾ, ਅੱਜ ਤੋਂ ਮੈਂ ਪਿਛਲੇ 25 ਸਾਲ ਦਾ ਤਾਂ ਖੁਦ ਦੇਖ ਰਿਹਾ। ਅੱਜ ਤੋਂ 25-30 ਸਾਲ ਪਹਿਲਾਂ ਬਹੁਤ ਵਧੀਆ ਬੰਦੇ ਪਿੰਡਾਂ 'ਚ ਆਉਂਦੇ ਸੀ ਲੋਕੀ, ਵੀ ਆਹ ਬੰਦਾ ਵੀ ਹੈਡਮਾਸਟਰ ਰਿਟਾਇਰਡ ਆ, ਆਹ ਬੰਦਾ ਵੀ ਭਾਰਤੀ ਕਿਸਾਨ ਯੂਨੀਅਨ ਦਾ ਬੜਾ ਅੱਛਾ ਵੀ ਲੜਦਾ ਲੋਕਾਂ ਲਈ, ਵੀ ਇਹਨੂੰ ਸਰਪੰਚ ਬਣਾਓ। ਹੁਣ ਤਾਂ ਸਰਪੰਚ ਨਾ ਬੁਰਾ ਮਨਾ ਜਾਣ ਮੇਰਾ, ਸਾਰਾ ਸਰਪੰਚੀ ਲੈਵਲ ਦੀ ਜਿਹੜੀ ਚੋਣ ਹੈ ਉਹ ਪੈਸੇ ਦੇ ਆਧਾਰਿਤ ਹੋ ਗਈ। ਹੁਣ ਪਿੰਡਾਂ 'ਚ ਲੋਕੀ ਲੱਭਦੇ, ਉਹ ਯਾਰ ਉਹਦੇ ਕੋਲ ਬਹੁਤ ਪੈਸਾ, ਯਾਰ ਇਹਨੂੰ ਸਰਪੰਚ ਬਣਾਓ ਐਤਕੀ। ਸੋ ਅਨਫੇਅਰ ਲੀਡਰਸ਼ਿਪ ਪਿੰਡ ਪੱਧਰ 'ਤੇ ਉੱਠ ਗਈ। MLA ਦੇ ਆ ਜਾਓ, ਹੁਣ 117 MLA ਜਿਹਦੇ ਕੋਲ ਪੈਸਾ ਹੀ ਨਹੀਂ ਗਾ, ਲੈਟਸ ਪ੍ਰਜ਼ੂਮ ਕਿਸੇ ਨੇ ਓਨੈਸਟਲੀ ਆਪਣੀ ਜ਼ਿੰਦਗੀ ਦੀ ਕਮਾਈ ਕੀਤੀ ਆ, ਉਹ ਯਾਰ 2-3 ਕਰੋੜ ਰੁਪਈਆ MLA ਦੀ ਇਲੈਕਸ਼ਨ 'ਤੇ ਕਿੱਥੇ ਲਾ ਦੂਗਾ? ਟੈਲ ਮੀ, ਕਿੱਦਾਂ ਲਾ ਦੂਗਾ ਉਹਦੇ ਕੋਲ? ਬਸ ਇਹਦਾ ਮਤਲਬ ਉਹ ਸਾਰੇ ਉਸ ਇਲੈਕਸ਼ਨ ਪ੍ਰੋਸੈਸ ਤੋਂ ਬਾਹਰ ਧੱਕੇ ਗਏ। ਅਤੇ ਆਹ ਰਾਣੇ ਗੁਰਜੀਤ ਵਰਗੇ, ਦੀਪ ਮਲੋਤੇ ਵਰਗੇ, NK ਸ਼ਰਮੇ ਵਰਗੇ, ਬਾਦਲ ਪਰਿਵਾਰ ਵਰਗੇ, ਬੱਸਾਂ ਵਾਲੇ, ਆਹ ਤੁਹਾਡੇ ਨਸ਼ਿਆਂ ਵਾਲੇ, ਆਹ ਮਾਫੀਆ ਵਾਲੇ ਸਾਰੇ ਆ ਗਏ ਮੋਰੇ। ਸੋ ਅਨਫੇਅਰ ਲੀਡਰਸ਼ਿਪ ਦਾ ਨਤੀਜਾ ਹੁੰਦਾ ਜੋ ਆਪਾਂ ਹੁਣ ਅਸੈਂਬਲੀ 'ਚ ਦੇਖਦੇ। ਦੇਰ ਇਜ਼ ਨੋ ਲੈਵਲ ਆਫ ਡਿਬੇਟ, ਇਟਸ ਐਬਸੋਲਿਊਟ ਰਕਸ। ਉਹਦੇ 'ਚ ਉਹਨਾਂ ਨੇ ਕੋਈ ਕਦੀ ਮੀਨਿੰਗਫੁਲ, ਇੱਕ ਤਾਂ ਗਵਰਨਮੈਂਟ ਚਾਹੁੰਦੀ ਨਹੀਂ ਕਿ ਕੋਈ ਮੀਨਿੰਗਫੁਲ ਡਿਬੇਟ ਹੋਵੇ, ਅਤੇ ਡਿਬੇਟ ਕਰਨ ਵਾਲੇ ਵੀ ਹੈ ਨਹੀਂ ਗੇ। ਤੁਸੀਂ, ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦੇ ਵਿੱਚ, ਵਿਦ ਡਿਊ ਰਿਗਾਰਡਸ, ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਬਹੁਤ ਵਿਦਵਾਨ ਆ, ਨਾ ਕੋਈ ਰਿਸਰਚ ਕਰਦਾ ਵਾ, ਨਾ ਕੋਈ ਉਹਦੇ 'ਤੇ ਕੋਈ ਇਨਵੈਸਟੀਗੇਟ ਕਰਦਾ ਵਾ, ਨਾ ਕੋਈ ਪੜ੍ਹ ਕੇ ਆਣ ਕੇ ਕੋਸ਼ਿਸ਼ ਕਰਦਾ ਕਿ ਮੈਂ ਪੰਜਾਬ ਦੇ ਵਿੱਚ ਕੋਈ ਨਵੇਕਲੀ ਗੱਲ ਵਿਧਾਨ ਸਭਾ ਦੇ ਪਲੇਟਫਾਰਮ 'ਤੇ ਕਰਾਂ, ਅਤੇ ਨਾ ਹੀ ਐਕਚੁਅਲੀ ਸਰਕਾਰਾਂ ਇਜਾਜ਼ਤ ਦਿੰਦੀਆਂ ਨੇ। ਇਹ ਤਰਾਸਦੀ। ਸੋ ਇਜਾਜ਼ਤ ਤੁਹਾਡੇ ਤੋਂ ਪਹਿਲਾਂ ਲੈ ਲਈ ਸੀ, ਪਰ ਜੋ ਇੱਕ ਦੂਜੀ ਗੱਲ ਆਈ ਹੈ ਉੱਭਰ ਕੇ, ਜੋ ਕਹਿਣੀ ਬਣਦੀ ਹੈ, ਰਿਪੀਟ ਕਰਨੀ ਬਣਦੀ ਹੈ, ਕਿ ਆਪਾਂ ਅਕਸਰ ਕਹਿ ਲੈਂਦੇ ਹਾਂ ਕਿ ਉਸ ਬੰਦੇ ਨੂੰ ਸਰਪੰਚ ਬਣਾ ਲਓ ਜਿਹਦੇ 'ਚ ਲਵੇ 4 ਪੈਸੇ ਨੇ, ਵੀ ਜੇ ਕਿਤੇ ਉਹ ਨਾ ਲਿਆ ਕੇ ਤਾਂ ਪੱਲਿਓਂ ਤਾਂ ਖਰਚ ਦੂਗਾ, ਪੱਲਿਓਂ ਕਿਸੇ ਨੇ ਨਹੀਂ ਖਰਚਣਾ, ਇਹ ਪੱਲਾ ਪੰਜਾਬ ਦਾ ਹੀ ਝਾੜਿਆ ਜਾਣਾ। ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ। ਸ਼ੁਕਰੀਆ, ਥੈਂਕ ਯੂ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।